सन्मुख कालू आस धर, गुरबाणी दरगह साबासी। सो वार 11वीं पौड़ी 13वीं 70 8वीं। सो ਇੱਥੇ ਭਾਈ ਮਨ ਸੁਖ ਜਿਹੜਾ ਹੈ ਭਾਈ ਸਨਮੁਖ ਜਿਹੜੇ ਸਨ ਕਾਲੂ ਜੀ। ਸੋ ਇਹ ਖੱਤਰੀ ਜਾਤੀ ਵਿੱਚੋਂ ਸਨ, ਇਹਨਾਂ ਦਾ ਨਾਂ ਸੀਗਾ ਕਾਲੂ ਜੀ। ਸੋ ਇਹ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਨਹੀਂ ਸਨ। ਸੋ ਇਹ ਇੱਕ ਹੋਰ ਸਿੱਖ ਸੀਗਾ ਜਿਹਦਾ ਨਾਂ ਸੀ ਕਾਲੂ ਜੀ, ਭਾਈ ਕਾਲੂ ਜੀ। ਸੋ ਇਹ ਸਨਮੁਖ ਕਾਲੂ ਆਸ ਧਰ। ਸੋ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਇਹ ਕਾਲੂ ਜੀ ਆਸਾਂ ਧਰ ਕੇ ਹੋਪਫੁਲੀ ਜਿਹੜਾ ਹੈ ਧਾਰ ਕੇ ਆਏ ਗੁਰਬਾਣੀ ਦਰਗਹਿ ਸਾਬਾਸੀ। ਕਹਿਣ ਲੱਗੇ ਇਹਨਾਂ ਨੇ ਜਿਹੜਾ ਹੈ ਗੁਰਬਾਣੀ ਦੀ ਆਸ ਧਾਰ ਕੇ ਆਏ। ਗੁਰਬਾਣੀ ਜਿਹੜੀ ਹੈ ਇਹਨਾਂ ਨੂੰ ਗੁਰੂ ਦੀ ਬਾਣੀ ਦੀ ਪ੍ਰਾਪਤੀ ਹੋਈ, ਜਿਹਦੇ ਕਰਕੇ ਦਰਗਾਹ ਸਾਬਾਸੀ, ਇਹ ਦਰਗਾਹ ਦੇ ਵਿੱਚ ਤੰਤਾ ਯੋਗ ਹੋਏ, ਇਹਨਾਂ ਦਾ ਸਤਿਕਾਰ ਹੋਇਆ ਬਹੁਤ ਜ਼ਿਆਦਾ, ਕਿਉਂਕਿ ਗੁਰਬਾਣੀ ਪਰਮੇਸ਼ਰ ਰੂਪ ਹੈ, ਗੁਰਬਾਣੀ ਗੁਰੂ ਨਾਨਕ ਰੂਪ ਹੈ। ਜੇ ਆਪਾਂ ਗੁਰਬਾਣੀ ਨਾਲ ਜੁੜਾਂਗੇ ਤਾਂ ਇਹ ਗੁਰਬਾਣੀ ਦੀ ਵਡਿਆਈ ਆਪਾਂ ਨੂੰ ਵੀ ਮਿਲਦੀ ਹੈ, ਕਿਉਂਕਿ ਆਪਾਂ ਹੀ ਗੁਰਬਾਣੀ ਨਾਲ ਜੁੜੇ ਹਾਂ। ਸੋ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਜਿਵੇਂ ਸਿੱਖਾਂ ਦੀ ਭਗਤਮਾਲਾ ਵਿੱਚ ਕਾਲੂ ਖੱਤਰੀ ਦਾ ਜੀਵਨ ਲਿਖਿਆ, ਉਹ ਆਪਾਂ ਵਿਚਾਰ ਕਰੀਏ। ਕਾਲੂ ਖੱਤਰੀ ਆਸਾ ਧਾਰ ਕੇ ਬਾਬੇ ਨੂੰ ਮਿਲਿਆ। ਸੋ ਇਹ ਕਾਲੂ ਖੱਤਰੀ ਇੱਕ ਵਾਰ ਆਸਾ ਲੈ ਕੇ ਜਿਹੜਾ ਹੈ ਕੁਝ ਕੁ ਆਸਾਂ ਲੈ ਕੇ ਆਪਣੇ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ। ਤਾਂ ਉਸ ਕਹਿਆ ਗਰੀਬ ਨਿਵਾਜ, ਸਨਮੁਖ ਕਿਸ ਨੂੰ ਕਹਿੰਦੇ ਹਨ। ਉਹਨੇ ਆ ਕੇ ਸਵਾਲ ਕੀਤਾ ਕਿ ਗਰੀਬ ਨਿਵਾਜ ਜੀ, ਗੁਰੂ ਨਾਨਕ ਸਾਹਿਬ ਜੀ ਸਨਮੁਖ ਕਿਹਨੂੰ ਕਹਿੰਦੇ ਹਨ, ਸਨਮੁਖ ਕੌਣ ਹੁੰਦਾ ਹੈ। ਆਪਾਂ ਇਹ ਸੁਣਿਆ ਹੈ ਨਾ ਸਨਮੁਖ, ਕਹਿੰਦੇ ਸਨਮੁਖ ਕਿਹਨੂੰ ਕਿਹਾ ਜਾਂਦਾ ਹੈ। ਤੇ ਵੇਮੁਖ ਕਿਸ ਨੂੰ ਕਹਿੰਦੇ ਹਨ। ਤੇ ਦੂਜੇ ਹੁੰਦੇ ਆ ਵੇਮੁਖ ਜਾਂ ਬੇਮੁਖ। ਕਹਿੰਦੇ ਵੇਮੁਖ ਜਾਂ ਬੇਮੁਖ ਕੌਣ ਹੁੰਦੇ ਹਨ। ਤਾਂ ਵਚਨ ਹੋਆ ਜੋ ਪਾਪਾਂ ਨੂੰ ਪਿੱਠ ਦਿੰਦੇ ਹਨ। ਕਹਿੰਦੇ ਕਿ ਜੋ ਬੰਦੇ ਪਾਪਾਂ ਨੂੰ ਪਿੱਠ ਦਿੰਦੇ ਨੇ, ਜੋ ਸਿਨਸ ਜਾਂ ਗੰਦੇ ਕਰਮਾਂ ਨੂੰ, ਭੈੜੇ ਕਰਮਾਂ ਨੂੰ ਆਪਣੀ ਬੈਕ ਦਿਖਾਉਂਦੇ ਨੇ, ਪਿੱਠ ਕਰਦੇ ਹਨ। ਤੇ ਪੁੰਨਾਂ ਦੇ ਸਾਹਮਣੇ ਹੁੰਦੇ ਹਨ। ਤੇ ਪੁੰਨ ਕਰਮ ਵਾਸਤੇ ਸਾਹਮਣੇ ਹੁੰਦੇ ਨੇ, ਮਤਲਬ ਆਪਣਾ ਮੂੰਹ ਪੁੰਨ ਕਰਮਾਂ ਵਿੱਚ ਕਰਦੇ ਨੇ। ਜਿਹੜੇ ਪਾਪ ਨੇ, ਪਾਪ ਕਰਮ, ਉਹਨਾਂ ਨੂੰ ਪਿੱਠ ਦਿੰਦੇ ਹਨ। ਸੋ ਸਨਮੁਖ ਹਨ। ਸੋ ਉਹਨਾਂ ਨੂੰ ਸਨਮੁਖ ਕਿਹਾ ਜਾਂਦਾ ਹੈ। ਉਹ ਸਨਮੁਖ ਕਿਉਂ ਨੇ ਕਿ ਉਹ ਪੁੰਨ ਕਰਮਾਂ ਨੂੰ ਸਾਹਮਣੇ ਰੱਖਦੇ ਨੇ। ਤੇ ਯਾਦ ਰੱਖਣਾ, ਪੁੰਨ ਕਰਮ ਜਿਹੜੇ ਹੁੰਦੇ ਨੇ ਹਮੇਸ਼ਾ ਇਸ ਟੂ ਗਿਵ ਅਵੇ, ਉਹ ਪੁੰਨ ਹੁੰਦਾ ਟੂ ਗਿਵ ਅਵੇ। ਜਿਹੜੇ ਪਾਪ ਕਰਮ ਹੁੰਦੇ ਆ ਟੂ ਟੇਕ, ਲੈਣ। ਹੁਣ ਦੇਖੋ, ਜੇ ਕਿਸੇ ਨੂੰ ਚੋਇਸ ਦਿੱਤੀ ਜਾਵੇ ਤੂੰ ਲੈਣਾ ਹੈ ਜਾਂ ਤੂੰ ਦੇਣਾ ਹੈ, ਬੰਦਾ ਕੀ ਕਰੇਗਾ? ਉਹ ਲੈਣ ਵਿੱਚ ਜ਼ਿਆਦਾ ਇੰਟਰਸਟ ਦਿਖਾਵੇਗਾ ਵੀ ਮੈਂ ਲੈਣਾ ਹੈ, ਮੈਂ ਦੇਣਾ ਨਹੀਂ। ਦੇਖੋ ਪੁੰਨ ਕਿੱਥੇ ਖੜਾ ਹੈ? ਪੁੰਨ ਖੜਾ ਹੈ ਦੇਣ ਵਿੱਚ। ਪਾਪ ਕਿੱਥੇ ਖੜੇ ਨੇ? ਲੈਣ ਵਿੱਚ। ਸੋ ਆਪਣੀ ਸੋਚਣੀ ਜਿਹੜੀ ਹੈ ਆਮ ਕਰਕੇ ਆਪਾਂ ਪੁੱਠਾ ਸੋਚਦੇ ਹਾਂ। ਆਪਾਂ ਸੋਚਦੇ ਹਾਂ ਲੈਣ ਵਿੱਚ ਮੇਰਾ ਫਾਇਦਾ ਹੈ, ਦੇਣ ਵਿੱਚ ਮੇਰਾ ਘਾਟਾ ਹੈ। ਪਰ ਅਸਲ ਵਿੱਚ ਦੇਣ ਵਿੱਚ ਸਨਮੁਖ ਹਾਂ ਆਪਾਂ, ਲੈਣ ਵਿੱਚ ਆਪਾਂ ਮਨਮੁਖ ਹਾਂ, ਆਪਾਂ ਬੇਮੁਖ ਹਾਂ। ਸੋ ਇਹ ਉਲਟੀ ਸੋਚ ਹੈ ਆਪਣੀ। ਤੇ ਗੁਰੂ ਕੇ ਦਰਸ਼ਨ ਨੂੰ ਤੇ ਸ਼ਬਦ ਨੂੰ ਸਨਮੁਖ ਬੈਠ ਕੇ ਸੁਣੇ। ਹਾਂ, ਤੇ ਕਹਿੰਦੇ ਗੁਰੂ ਦੇ ਬਚਨ ਨੂੰ ਸਨਮੁਖ ਬਹਿ ਕੇ ਸੁਣਨ। ਮਹਾਰਾਜ ਬਚਨ ਕਰਨ ਤੇ ਸਨਮੁਖ ਸਾਹਮਣੇ ਬਹਿ ਕੇ ਜਿਹੜਾ ਹੈ ਮਹਾਰਾਜ ਦੇ ਬਚਨਾਂ ਨੂੰ ਸੁਣਨ ਤੇ ਉਹਨਾਂ ਦੀ ਵਿਚਾਰ ਆਪਣੇ ਮਨ ਵਿੱਚ ਕਰਨ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਯਾਦ ਰੱਖਣ। ਤੇ ਆਪਣੇ ਮਨ ਦੀ ਬਿਰਧ ਦਾ ਸਾਖੀ ਹੋਵੇ। ਤੇ ਆਪਣੀ ਬਿਰਧ ਦਾ ਸਾਖੀ ਹੋਵੇ। ਤੇ ਮਨ ਨੂੰ, ਆਪਣੇ ਬਿਰਤੀ ਜਿਹੜਾ ਮਨ ਹੈ ਨਾ, ਇਹ ਭਟਕਦਾ ਹੈ। ਸੋ ਕੀ ਕਰੇ? ਆਪਣੀ ਬਿਰਤੀ ਨੂੰ ਇਸ ਦਾ ਸਾਖੀ, ਇਹਦਾ ਵਿਟਨੈਸ ਬਣਾਵੇ ਕਿ ਮੇਰਾ ਮਨ ਕਿੱਥੇ ਹੈ। ਹੁਣ ਆਪਣੇ ਮਨ ਨੂੰ ਚੈੱਕ ਕਰੇ। ਜੇ ਮੈਂ ਹੁਣ ਸੰਗਤ ਵਿੱਚ ਬੈਠਾ, ਕੀਰਤਨ ਹੋ ਰਿਹਾ, ਗੁਰਬਾਣੀ ਪੜ੍ਹੀ ਜਾ ਰਹੀ ਹੈ ਜਾਂ ਕਥਾ ਹੋ ਰਹੀ ਹੈ, ਵੇਅਰ ਇਜ਼ ਮਾਈ ਮਾਈਂਡ ਨਾਓ। ਆਪਣੇ ਮਾਈਂਡ ਵੱਲ ਧਿਆਨ ਰੱਖੇ, ਆਪਣੀ ਬਿਰਤੀ ਨੂੰ ਲੈ ਕੇ ਆਪਣੇ ਮਾਈਂਡ ਨੂੰ ਦੇਖੇ, ਕਿਤੇ ਮੇਰਾ ਮਾਈਂਡ ਭੱਜ ਤਾਂ ਨਹੀਂ ਗਿਆ, ਕਿਤੇ ਮੇਰਾ ਮਾਈਂਡ ਹੋਰ ਕਿਤੇ ਤਾਂ ਨਹੀਂ ਚਲਿਆ ਗਿਆ। ਹੁਣ ਦੇਖੋ, ਜੇ ਤੁਸੀਂ ਗੁਰੂ ਨਾਨਕ ਤੁਹਾਡੇ ਸਾਹਮਣੇ ਬੈਠਾ ਹੈ, ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੇ ਸਾਹਮਣੇ ਬੈਠੇ ਤੇ ਤੁਸੀਂ ਕੀ ਕਰੋ? ਤੁਸੀਂ ਪਿੱਠ ਕਰਕੇ ਬਹਿ ਜਾਓ। ਬੜੀ ਮਾੜੀ ਗੱਲ ਹੈ, ਕਿਉਂਕਿ ਫਿਜ਼ੀਕਲ ਦੀ ਪਿੱਠ ਤਾਂ ਦਿਖਾਈ ਦਿੰਦੀ ਹੈ, ਪਰ ਆਪਾਂ ਜਦੋਂ ਮਨ ਕਰਕੇ ਆਪਾਂ ਗੈਰ ਹਾਜ਼ਰ ਹੁੰਦੇ ਆ ਨਾ, ਮਤਲਬ ਮਨ ਹੋਰ ਕਿਤੇ ਭੱਜ ਜਾਂਦਾ, ਮਤਲਬ ਆਪਾਂ ਪਿੱਠ ਕਰ ਲੈਂਦੇ ਆ। ਉਹ ਜਿਹੜੀ ਪਿੱਠ ਕਿਸ ਨੂੰ ਦਿਸਦੀ ਨਹੀਂ, ਪਰ ਗੁਰੂ ਮਹਾਰਾਜ ਤਾਂ ਜਾਣਦੇ ਹੀ ਆ ਨਾ। ਜੇ ਤੁਸੀਂ ਗੁਰਬਾਣੀ ਦੇ ਸਾਹਮਣੇ ਬੈਠੇ ਹੋ, ਕੀਰਤਨ ਹੋਇਆ, ਕਥਾ ਹੋ ਰਹੀ ਹੈ, ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੋ, ਤੁਹਾਡਾ ਮਨ ਹੋਰ ਕਿਤੇ ਭੱਜਿਆ ਫਿਰਦਾ, ਮਤਲਬ ਤੁਸੀਂ ਪਿੱਠ ਦੇ ਦਿੱਤੀ ਆ ਮਹਾਰਾਜ, ਤੁਸੀਂ ਮਹਾਰਾਜ ਤੋਂ ਪਿੱਠ ਕਰਕੇ ਬੈਠੇ ਹੋ। ਸੋ ਸਨਮੁਖ ਉਹ ਹੁੰਦੇ ਨੇ ਜਿਹੜੇ ਸਾਹਮਣੇ ਬਹਿੰਦੇ ਹਨ, ਸਰੀਰ ਕਰਕੇ ਤੇ ਮਨ ਕਰਕੇ। ਚਾਰ ਸਾਖੀਆਂ ਸਨਮੁਖਾਂ ਦੀਆਂ ਹਨ। ਓਕੇ, ਹੁਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਾਰ ਸਾਖੀਆਂ, ਚਾਰ ਕੈਟੇਗਰੀ ਹਨ ਇਹ ਜਿਹੜੇ ਸਨਮੁਖਾਂ ਦੇ।
ਸਨਮੁਖ ਕਿਹਨੂੰ ਕਹਿੰਦੇ ਨੇ? ਉਹ 4 ਕੈਰੈਕਟਰਿਸਟਿਕਸ ਹਨ ਸਨਮੁਖ ਦੇ। 4 ਕੈਰੈਕਟਰਿਸਟਿਕਸ ਕਿਹੜੇ ਹਨ? ਜਿਸ ਕਰਕੇ ਗੁਰੂ ਕੇ ਸਨਮੁਖ ਹੁੰਦੇ ਹਨ। ਹਾਂ, ਜਿਹਦੇ ਕਰਕੇ ਇੱਕ ਸਿੱਖ ਗੁਰੂ ਦੇ ਸਨਮੁਖ ਹੁੰਦਾ ਹੈ। ਦੇ ਆਰ 4 ਕੈਰੈਕਟਰਿਸਟਿਕਸ। ਸੋ ਨਾਓ ਉਹ 4 ਕੈਰੈਕਟਰਿਸਟਿਕਸ ਜਿਹੜੇ ਨੇ ਉਹ ਗੁਰੂ ਨਾਨਕ ਮਹਾਰਾਜ ਜੀ ਸਮਝਾਉਣਗੇ ਵੀ ਕਿਹੜੇ ਹਨ। ਤਾਂ ਕਾਲੂ ਅਰਦਾਸ ਕੀਤੀ ਜੀ, ਉਹ ਕਿਹੜੀਆਂ ਸਾਖੀਆਂ ਹੈ? ਹੁਣ ਭਾਈ ਕਾਲੂ ਖੱਤਰੀ ਜੀ ਪੁੱਛਦਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ, ਮਹਾਰਾਜ ਉਹ 4 ਸਾਖੀਆਂ ਜਾਂ ਉਹ 4 ਕੈਰੈਕਟਰਿਸਟਿਕਸ ਕਿਹੜੇ ਹਨ? ਤਾਂ ਬਾਬੇ ਆਖਿਆ ਇੱਕ ਮੈਤਰੀ ਹੈ। ਓਕੇ, ਹੁਣ ਯਾਦ ਰੱਖਣਾ ਜੀ, ਪਹਿਲੀ ਆ ਮੈਤਰੀ, ਤੇ ਜਿਹੜਾ ਹਨ ਦੂਜਾ ਹੈ ਕਰਨਾ, ਤੀਜਾ ਹੈ ਮੁਦਤਾ, ਤੇ ਜਾਂ ਚੌਥਾ ਹੈ ਉਪੇਖਿਆ। ਓਕੇ, ਹੁਣ ਯਾਦ ਰੱਖਣਾ ਜੀ। ਸੋ ਪਹਿਲੀ ਕਹਿੰਦੇ ਹੈਗੀ ਹੈ ਜੀ ਮੈਤਰੀ। ਮੈਤਰੀ ਭਾਵ ਜਿਹੜਾ ਹੈ ਇੱਕ ਕਰਨਾ ਹੈ। ਇੱਕ ਕਰਨਾ ਹੈ। ਹੁਣ ਯਾਦ ਰੱਖਣਾ, ਮੈਤਰੀ, ਕਰਨਾ, ਫਿਰ ਇੱਕ ਮੁਦਤਾ ਹੈ। ਤੀਜੀ ਹੈ ਮੁਦਤਾ। ਓਕੇ, ਫਿਰ ਚੌਥੀ ਇੱਕ ਉਪੇਖਿਆ ਹੈ। ਉਪੇਖਿਆ ਚੌਥੀ ਹੈ। ਓਕੇ, ਹੁਣ ਫਿਰ ਤਾਂ ਕਾਲੂ ਅਰਦਾਸ ਕੀਤੀ ਜੀ। ਤਾਂ ਭਾਈ ਕਾਲੂ ਜੀ ਹੁਣ ਪੁੱਛਦੇ ਆ ਗੁਰੂ ਨਾਨਕ ਸਾਹਿਬ ਜੀ ਨੂੰ, ਅਰਦਾਸ ਕੀਤੀ ਮਤਲਬ ਅਰਜ਼ ਕੀਤੀ, ਸਾਨੂੰ ਇਸ ਦਾ ਅਰਥ ਸਮਝਾਓ। ਮਹਾਰਾਜ ਇਹਦੇ ਅਰਥ ਸਮਝਾਓ ਨਾ। ਮੈਨੂੰ ਨਹੀਂ ਪਤਾ ਇਹ ਮੈਤਰੀ ਮੀਨਸ ਵਾਟ, ਮੁਦਤਾ ਮੀਨਸ ਵਾਟ, ਕਰਨਾ ਮੀਨਸ ਵਾਟ, ਮੈਨੂੰ ਨਹੀਂ ਪਤਾ। ਮਹਾਰਾਜ ਸਮਝਾਓ, ਇਹਨਾਂ ਦੇ ਅਰਥ ਦੱਸੋ ਮੈਨੂੰ। ਤਾਂ ਬਾਬਾ ਬੋਲਿਆ ਜੀ, ਇਹੋ ਜਿਉ ਕਹੈ ਸਾਰੇ ਜਗਤ ਦੇ ਸੁਖ ਮੈਨੂੰ ਹੀ ਹੋਵਨ। ਓਕੇ, ਮੈਤਰੀ ਭਾਵ ਜਿਹੜਾ ਹੈ ਇਹ ਗੁਰੂ ਨਾਨਕ ਕਹਿੰਦੇ ਤਾਂ ਬਾਬਾ ਜੀ ਬੋਲਿਆ, ਗੁਰੂ ਨਾਨਕ ਸਾਹਿਬ ਜੀ ਬੋਲੇ, ਤੇ ਮਹਾਰਾਜ ਨੇ ਹੁਣ ਮੈਤਰੀ ਭਾਵ ਨੂੰ ਸਮਝਾਉਂਦੇ ਵੀ ਮੈਤਰੀ ਕੀ ਹੁੰਦਾ। ਮੈਤਰੀ ਕਹਿੰਦੇ ਜੋ ਇਹ ਜਿਉ ਕਹੈ, ਜੇ ਇਹ ਬੰਦਾ ਕਹੇ ਨਾ ਕਿ ਮੈਨੂੰ ਸਾਰੀ ਹੀ ਜਗਤ ਦੇ ਸੁੱਖ ਚਾਹੀਦੇ ਆ, ਕਿਹਨੂੰ ਨਹੀਂ ਚਾਹੀਦੇ? ਆਪਾਂ ਸਾਰਿਆਂ ਨੂੰ ਚਾਹੀਦੇ। ਆਪਾਂ ਕਹਿੰਦੇ ਮਹਾਰਾਜ ਮੈਨੂੰ ਸਾਰੇ ਜਹਾਨ ਦੇ ਸੁੱਖ ਦੇ ਦਿਓ, ਮੈਂ ਸਭ ਤੋਂ ਸੁਖੀ ਹੋਵਾਂ, ਕੋਈ ਐਸਾ ਸੁੱਖ ਨਾ ਹੋਵੇ ਜਿਹੜਾ ਮੇਰੇ ਕੋਲ ਨਾ ਹੋਵੇ। ਰਾਈਟ, ਆਈ ਮਸਟ ਹੈਵ ਆਲ ਦ ਹੈਪੀਨੈਸ ਇਨ ਦ ਵਰਲਡ। ਸੋ ਮੈਨੂੰ ਸਭ ਕੁਝ ਹੀ ਚਾਹੀਦਾ, ਸਾਰੀਆਂ ਖੁਸ਼ੀਆਂ ਮੇਰੀ ਝੋਲੀ ਵਿੱਚ ਹੋਣੀਆਂ ਚਾਹੀਦੀਆਂ ਹਨ। ਮਹਾਰਾਜ ਕਹਿੰਦੇ ਐਸਾ ਜਗਤ ਦਾ ਜੀਵ ਸੋਚਦਾ ਹੈ। ਫਿਰ ਤਾਂ ਇਸ ਨੂੰ ਤਾਂ ਉਹ ਹੋਵਨਗੇ ਜਿਹੜੇ ਇਸ ਦੇ ਕਰਮਾਂ ਵਿੱਚ ਲਿਖੇ ਹੈ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਨ ਰਿਐਲਿਟੀ ਬੰਦੇ ਨੂੰ ਉਹੀ ਸੁੱਖ ਮਿਲਦਾ ਹੈ ਜੋ ਉਹਦੇ ਪ੍ਰਾਲਬੱਧ ਕਰਮਾਂ ਵਿੱਚ ਲਿਖਿਆ ਹੁੰਦਾ। ਜਿਹੜਾ ਉਹਦੇ ਕਰਮਾਂ ਵਿੱਚ ਹੈਗਾ ਉਹਨੂੰ ਸੁੱਖ ਉਹ ਮਿਲਣਾ ਹੈ, ਜਿਹੜਾ ਨਹੀਂ ਲਿਖਿਆ ਉਹਨੂੰ ਨਹੀਂ ਮਿਲਣਾ। ਕਹਿੰਦੇ ਰਿਐਲਿਟੀ ਤਾਂ ਇਹ ਹੈ, ਪਰ ਬੰਦਾ ਮੰਗਦਾ ਕੀ ਆ? ਮੈਨੂੰ ਸਾਰੇ ਸੁੱਖ ਮਿਲਣ। ਕੋਈ ਵੀ ਨਹੀਂ ਮੰਗਦਾ ਕਿ ਮਹਾਰਾਜ ਜਿੰਨੇ ਕਿ ਮੇਰੇ ਕਰਮਾਂ ਦੇ ਸੁੱਖ ਆ ਉਨੇ ਕੇ ਬਸ ਆ। ਕੋਈ ਕਹਿੰਦਾ ਇਹ ਗੱਲ ਨਹੀਂ ਨਾ। ਫਿਰ ਆਪਾਂ ਆਪਣੇ ਸੁੱਖਾਂ ਨੂੰ ਕੰਪੇਅਰ ਕਰਦੇ ਹਾਂ। ਹਾਂਜੀ, ਉਹ ਬੰਦਾ ਇਸ ਤਰ੍ਹਾਂ ਕਰਕੇ ਸੁਖੀ ਹੈ, ਮੇਰੇ ਕੋਲ ਉਹ ਸੁੱਖ ਕਿਉਂ ਨਹੀਂ ਹੈਗਾ? ਕੰਪੇਅਰ ਹੋ ਗਿਆ ਨਾ, ਵੀ ਉਹਦਾ ਸੁੱਖ ਤੇ ਮੇਰਾ ਸੁੱਖ ਇੱਕ ਡਿਫਰੈਂਟ ਹੈ। ਰਾਈਟ, ਸੋ ਇਸ ਤਰ੍ਹਾਂ ਕਰਕੇ ਆਪਾਂ ਹਮੇਸ਼ਾ ਆਪਣੇ ਆਪ ਨੂੰ ਕੰਪੇਅਰ ਕਰਨਾ ਸ਼ੁਰੂ ਕਰਦੇ ਹਾਂ। ਪਰ ਮਹਾਰਾਜ ਕਹਿੰਦੇ ਰਿਐਲਿਟੀ ਤਾਂ ਇਹ ਹੈ ਵੀ ਜਿਹੇ ਕਰਮਾਂ ਵਿੱਚ ਸੁੱਖ ਲਿਖਿਆ ਉਹੀ ਮਿਲਣਾ ਹੈ, ਉਹ ਤੋਂ ਵੱਧ ਕੁਝ ਵੀ ਨਹੀਂ ਮਿਲਣਾ ਜਾਂ ਉਹ ਤੋਂ ਘੱਟ ਵੀ ਨਹੀਂ ਮਿਲਣਾ, ਉਨਾ ਕੁ ਜ਼ਰੂਰ ਮਿਲਣਾ ਹੈ। ਪਰ ਜੇ ਸਭਨਾ ਸਿੱਖਾਂ ਨੂੰ ਆਪਣਾ ਮਿੱਤਰ ਕਰ ਜਾਣੇ। ਹਾਂ, ਕਹਿੰਦੇ ਮੈਤਰੀ ਭਾਵ ਦਾ ਮਤਲਬ ਕੀ ਹੈ? ਵੀ ਸਾਰਿਆਂ ਨੂੰ ਆਪਣਾ ਮਿੱਤਰ ਸਮਝੇ, ਸਾਰਿਆਂ ਨੂੰ ਆਪਣਾ ਫਰੈਂਡ ਸਮਝੇ, ਕਿਸੇ ਨਾਲ ਕੰਪੈਰੀਜ਼ਨ ਨਾ ਕਰੇ, ਸਾਰਿਆਂ ਨੂੰ ਆਪਣਾ ਜਾਣੇ ਵੀ ਮੇਰੇ ਫਰੈਂਡਸ ਹਨ, ਮੇਰੇ ਬੈਸਟ ਫਰੈਂਡਸ ਹਨ। ਸੋ ਕਹਿੰਦੇ ਇਸ ਤਰ੍ਹਾਂ ਕਰਕੇ ਜਦੋਂ ਹੁੰਦਾ ਹੈ, ਕਹਿੰਦੇ ਸਾਰੇ ਸਿੱਖਾਂ ਨੂੰ ਆਪਣੇ ਮਿੱਤਰ ਬਣਾਵੇ, ਆਪਣੇ ਫਰੈਂਡ ਸਮਝੇ, ਤੇ ਇਸ ਕਰਕੇ ਤੇ ਦਾ ਸੁੱਖ ਆਪਣਾ ਹੀ ਸੁੱਖ ਹੁੰਦਾ ਹੈ। ਤੇ ਜੇ ਦੂਜੇ ਸਿੱਖ ਨੂੰ ਸੁੱਖ ਮਿਲਿਆ, ਉਹ ਸੁੱਖ ਆਪਣਾ ਸੁੱਖ ਸਮਝੇ ਵੀ ਮੈਨੂੰ ਵੀ ਸੁੱਖ ਮਿਲ ਗਿਆ। ਦੂਜੇ ਦੇ ਸੁੱਖ ਨੂੰ ਦੇਖ ਕੇ ਸੁਖੀ ਹੋਣਾ। ਸੀ ਯੂ ਵੋਂਟ ਹੈਵ, ਦੇਖੋ ਨਾ ਇੱਥੇ ਇੱਕ ਟੇਰੀ ਹੈ, ਬਹੁਤ ਸਿੰਪਲ ਜੀ ਟੇਰੀ ਹੈ। ਸੀ ਲਾਈਕ ਯੂ ਡੋਂਟ ਹੈਵ ਦ ਪਾਰਟਿਕੂਲਰ ਟਾਈਪ ਆਫ ਹੈਪੀਨੈਸ। ਰਾਈਟ, ਤੁਹਾਨੂੰ ਉਹ ਖੁਸ਼ੀ ਨਹੀਂ ਹੈਗੀ। ਮਤਲਬ ਕਿ ਓਕੇ, ਮੈਂ ਐਗਜ਼ਾਮਪਲ ਦਿੰਦਾ ਹੈ, ਕਿਸੇ ਕੋਲ ਇੱਕ ਵੱਡਾ ਬੰਗਲੋ ਹੈ, ਬਹੁਤ ਵੱਡਾ ਬੰਗਲੋ ਹੈ। ਹੁਣ ਤੁਹਾਡੇ ਕੋਲ ਬੰਗਲੋ ਉਹ ਹੈ ਨਹੀਂ। ਰਾਈਟ, ਆਪਾਂ ਕਿਵੇਂ ਕਹਿੰਦੇ ਹੁੰਦੇ ਜਦੋਂ ਆਪਾਂ ਨੂੰ ਕਿਸੇ ਦਾ ਬੰਗਲੋ ਦਿਸਦਾ, ਆਪਾਂ ਕਹਿੰਦੇ ਮੇਰਾ ਵੀ ਹੋਣਾ ਚਾਹੀਦਾ, ਮੈਂ ਵੀ ਇਹੋ ਜਿਹਾ ਹੀ ਬੰਗਲੋ ਬਣਾਉਣਾ। ਰਾਈਟ, ਆਪਾਂ ਤਾਂ ਇਮੀਡੀਏਟਲੀ ਇਹ ਸੋਚਦੇ ਹਾਂ। ਓਕੇ, ਨਾ ਕਮ ਟੂ ਦ ਪੁਆਇੰਟ, ਇਨ ਰਿਐਲਿਟੀ ਆਪਣੇ ਕਰਮਾਂ ਵਿੱਚ ਬੰਗਲੋ ਨਹੀਂ ਲਿਖਿਆ। ਮੰਨ ਲਈਏ ਨਾ, ਨਹੀਂ ਲਿਖਿਆ। ਹੁਣ ਮੈਂ 100 ਕੋਸ਼ਿਸ਼ ਵੀ ਕਰਾਂ, ਮੈਨੂੰ ਉਹੋ ਜਿਹਾ ਬੰਗਲੋ ਨਹੀਂ ਮਿਲਣਾ। ਬਿਕੋਜ਼ ਯਾਦ ਰੱਖਣਾ, ਜਿਹੜਾ ਬੰਗਲੋ ਉਹ ਜ਼ਮੀਨ ਤੇ ਪਿਆ ਹੈ, ਉਹ ਥਾਂ ਤੇ ਪਿਆ ਹੈ, ਦੂਜਾ ਬੰਗਲੋ ਉਹ ਜ਼ਮੀਨ ਤੇ ਨਹੀਂ ਪਏਗਾ। ਰਾਈਟ, it is going to be only one at that particular place at that time. Right, ਉਹ ਦੂਜਾ ਬੰਗਲੋ ਉਹੀ ਸਮੇਂ ਵਿੱਚ ਨਹੀਂ ਆ ਸਕਦਾ ਨਾ ਉੱਥੇ। ਸੋ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜੇ ਕਿਤੇ ਆਪਣੇ ਕਰਮਾਂ 'ਚ ਬੰਗਲੋ ਹੈ ਨਹੀਂ, ਪਰ ਜੇ ਕਿਸੇ ਨੇ ਬੰਗਲੋ ਬਣਾ ਲਿਆ, ਉਹ ਬੰਗਲੋ ਨੂੰ ਦੇਖ ਕੇ ਤੁਹਾਨੂੰ ਉਨੀਓ ਖੁਸ਼ੀ ਹੋਣੀ ਚਾਹੀਦੀ ਜਿਵੇਂ ਤੁਹਾਡਾ ਬੰਗਲੋ ਹੁੰਦਾ। ਹੁਣ ਦੇਖੋ ਨਾ, ਬੰਦਾ ਬੰਗਲੋ ਧਰਤੀ ਤੇ ਬਣਾਉਂਦਾ ਹੈ,
ਜਿਉਂਦਿਆਂ ਜੀ ਉਹਦੇ ਵਿੱਚ ਰਹਿੰਦਾ ਹੈ, ਮਰ ਕੇ ਚਲਿਆ ਜਾਂਦਾ ਹੈ। ਓਕੇ, ਮਰ ਕੇ ਨਾਲ ਕੀ ਲੈ ਕੇ ਜਾਂਦਾ? ਉਹ ਬੰਗਲੋ ਦੀ ਖੁਸ਼ੀ ਨੂੰ ਲੈ ਕੇ ਜਾਂਦਾ, ਬੰਗਲੋ ਨੂੰ ਨਹੀਂ ਲੈ ਕੇ ਜਾਂਦਾ। ਰਾਈਟ? ਮਹਾਰਾਜ ਕਹਿੰਦੇ ਜੇ ਤੁਹਾਨੂੰ ਉਨੀਓ ਖੁਸ਼ੀ ਹੋਵੇਗੀ ਜਿੰਨੀ ਉਹਨੂੰ ਆਪਣੇ ਬੰਗਲੋ ਤੇ ਖੁਸ਼ੀ ਹੈ, ਤੁਹਾਨੂੰ ਤਾਂ ਖੁਸ਼ੀ ਮਿਲ ਗਈ ਜਿਹੜੀ ਤੁਸੀਂ ਨਾਲ ਲੈ ਜਾਣੀ ਹੈ। ਯੂ ਡੋਂਟ ਨੀਡ ਦ ਬੰਗਲੋ, ਯੂ ਡੋਂਟ ਨੀਡ ਦ ਫਿਜ਼ੀਕਲ ਬੰਗਲੋ, ਤੁਹਾਨੂੰ ਖੁਸ਼ੀ ਤਾਂ ਮਿਲ ਗਈ ਨਾ, ਤੁਸੀਂ ਖੁਸ਼ੀ ਤਾਂ ਲੈ ਲਈ ਹੈ। ਦੇਖੋ ਕਿਹੋ ਜਿਹੀ ਸੋਚਣੀ ਹੈ, ਸੇ ਹਾਊ ਪ੍ਰੈਕਟੀਕਲ ਸੋਚਣੀ ਹੈ। ਬੰਦਾ ਕਦੇ ਵੀ ਦੁਖੀ ਨਹੀਂ ਹੋਊਗਾ ਜੇ ਤੁਸੀਂ ਕਿਸੇ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਦੇਖ ਲੈਣੀ ਹੈ ਨਾ, ਤੁਹਾਨੂੰ ਖੁਸ਼ੀ ਮਿਲ ਗਈ ਹੈ। ਸੋ ਮਹਾਰਾਜ ਕਹਿੰਦੇ ਇਹ ਮੈਤਰੀ ਭਾਵ ਹੈ। ਮਿੱਤਰ ਦਾ ਸੁੱਖ ਆਪਣਾ ਹੀ ਸੁੱਖ ਹੁੰਦਾ ਹੈ। ਕਹਿੰਦੇ ਮਿੱਤਰ ਦਾ ਸੁੱਖ ਆਪਣਾ ਹੀ ਸੁੱਖ ਹੈ। ਕਿਸੇ ਨੂੰ ਸੁਖੀ ਦੇਖੋ, ਤੁਸੀਂ ਸੁਖੀ ਹੋ ਜਾਓ, ਉਹਦਾ ਸੁੱਖ ਵੀ ਤੁਹਾਨੂੰ ਮਿਲ ਗਿਆ ਹੈ ਨਾ। ਪਰ ਆਪਾਂ ਕੀ ਕਰਦੇ ਹਾਂ, ਕਿਸੇ ਦਾ ਸੁੱਖ ਦੇਖ ਕੇ ਆਪਾਂ ਦੁਖੀ ਹੋ ਜਾਂਦੇ ਹਾਂ। ਜਦੋਂ ਆਪਾਂ ਦੁਖੀ ਹੁੰਦੇ ਹਾਂ, ਉਹਦਾ ਤਾਂ ਸੁੱਖ ਹੁੰਦਾ, ਉਹਦੇ ਸੁੱਖ ਦਾ ਦੁੱਖ ਬਣਾ ਕੇ ਆਪਾਂ ਲੈ ਜਾਂਦੇ ਹਾਂ ਘਰ ਨੂੰ। ਫਿਰ ਆਪਾਂ ਔਖੇ ਹੁੰਦੇ ਫਿਰਦੇ ਹਾਂ, ਰਾਤ ਨੂੰ ਨੀਂਦ ਨਹੀਂ ਆਉਂਦੀ, ਫਿਰ ਦਵਾਈਆਂ ਖਾਂਦੇ ਹਾਂ, ਪੈਨਾਡੋਲ ਖਾ ਕੇ ਨੀਂਦ ਆਉਣੀ ਹੈ, ਹਾਂਜੀ ਸੌਣ ਦੀਆਂ ਗੋਲੀਆਂ ਖਾ ਕੇ ਨੀਂਦ ਆਏਗੀ, ਕਿਉਂਕਿ ਬੰਦੇ ਨੂੰ ਸਤਾਈ ਜਾਂਦਾ ਨਾ ਵੀ ਉਹ ਨਾ ਸੁਖੀ ਕਿਉਂ ਹੋ ਗਿਆ, ਮੈਂ ਨਹੀਂ ਇੰਨਾ ਸੁਖੀ ਹੈਗਾ। ਜੈਲਸੀ ਨਾ, ਐਨਵੀ, ਇਹ ਗੱਲਾਂ ਤੋਂ ਹੋ ਜਾਂਦੀ ਹੈ। ਤੇ ਆਪਣੇ ਪਾਸ ਜੋ ਕੁਛ ਧਨ ਹੋਵਸ, ਹਾਂ ਕਹਿੰਦੇ ਜੋ ਆਪਣੇ ਕੋਲ ਧਨ ਹੈਗਾ, ਜੋ ਤੁਹਾਡੇ ਕੋਲ ਹੈਗਾ, ਤੁਹਾਨੂੰ ਕਰਮਾਂ ਅਨੁਸਾਰ ਜੋ ਤੁਹਾਨੂੰ ਮਿਲਿਆ ਹੋਇਆ ਹੈ, ਕੈ ਵਿਦਿਆ ਕੈ ਕੋਈ ਗੁਣ ਹੋਵੇ, ਭਾਵੇਂ ਉਹ ਕੋਈ ਗੁਣ ਹੈ, ਚਾਹੇ ਉਹ ਵਿਦਿਆ ਹੈ, ਚਾਹੇ ਉਹ ਫਿਜ਼ੀਕਲ ਵੈਲਥ ਹੈ, ਕੁਝ ਵੀ ਹੋਵੇ, ਤਾਂ ਵੀ ਮਿੱਤਰ ਜਾਣ ਕੇ ਵੰਡ ਖਾਵੇ, ਤਾਂ ਵੀ ਮਿੱਤਰ ਜਾਣ ਕੇ ਵੰਡ ਕੇ ਛਕੇ। ਵੰਡ ਕੇ ਖਾਣਾ, ਵੈਲਥ ਵੀ ਵੰਡ ਕੇ ਦੇਣਾ ਹੈ, ਗੁਣ ਵੀ ਦੇਣੇ ਨੇ, ਵਰਚੂਸ ਹੋਣ, ਦੂਜੇ ਨੂੰ ਵੀ ਵਰਚੂ ਸਿਖਾਉਣੇ ਨੇ, ਨੌਲੇਜ ਤੁਹਾਡੇ ਕੋਲ ਹੈਗਾ, ਦੂਜੇ ਨੂੰ ਨੌਲੇਜ ਵੀ ਦਿਓ। ਇਹ ਨਾ ਕਿਉਂ ਵੀ ਕਿਤੇ ਮੇਰੇ ਤੋਂ ਹੁਸ਼ਿਆਰ ਨਾ ਬਣ ਜਾਵੇ, ਲੋਕਾਂ ਨੂੰ ਤਾਂ ਇਹ ਵੀ ਦੁੱਖ ਹੁੰਦਾ। ਹਾਂਜੀ, ਜੇ ਕਿਤੇ ਕਹਿੰਦਾ ਮੈਂ 2 ਅੱਖਰ ਪੜ੍ਹਾਤੇ, ਇਹ 4 ਪੜ੍ਹ ਗਿਆ ਤਾਂ ਮੈਂ ਪਿੱਛੇ ਰਹਿ ਜਾਵਾਂਗਾ। ਸੋ ਕੀ ਕਰਦੇ ਨੇ, ਮੈਂ ਨਹੀਂ ਪੜਾਉਣੇ ਇਹਨੂੰ, ਮੈਂ ਥੋੜਾ ਪੜਾਵਾਂਗਾ ਤਾਂ ਕਰਕੇ ਮੈਂ ਸੀਫੂ ਬਣਿਆ ਰਵਾਂ। ਹਾਂਜੀ, ਸੋ ਉਹ ਵੀ ਗੱਲ ਹੁੰਦੀ ਹੈ। ਜਾਂ ਗੁਣ ਜਿਹੜੇ ਹੁੰਦੇ ਨੇ ਉਹ ਨਹੀਂ ਕਿਸੇ ਨੂੰ ਸਿਖਾਉਣੇ, ਸੋ ਤਾਂ ਕਰਕੇ ਵੀ ਮੇਰਾ ਇਹ ਚੇਲਾ ਬਣਿਆ ਰਵੇ। ਦੇਖੋ ਇਸੇ ਕਰਕੇ ਨਾ ਗੁਰਸਿੱਖੀ ਦੇ ਵਿੱਚ ਸਭ ਤੋਂ ਵੱਡੀ ਢਾਹ ਕਿੱਥੋਂ ਲੱਗੀ ਹੈ, ਜਦੋਂ ਤੱਕ ਆਪਣੇ ਵਿੱਚ ਨਾ ਪਖੰਡੀ ਬਾਬੇ ਆ ਗਏ। ਇਹ ਪਖੰਡੀ ਬਾਬੇ ਆ ਗਏ, ਪਖੰਡੀ ਯੂਨੀਵਰਸਿਟੀਆਂ ਆ ਗਈਆਂ, ਪਖੰਡੀ ਜਥੇਬੰਦੀਆਂ ਆ ਗਈਆਂ। ਇਹ ਸਾਰਾ ਪਖੰਡ ਜਦੋਂ ਦਾ ਤੁਰ ਪਿਆ ਨਾ, ਇਹਨਾਂ ਨੇ ਕੀ ਕੀਤਾ ਨਾ, ਇੱਕ ਗੱਲ ਕੀਤੀ ਆ, ਇਹ ਕਹਿੰਦੇ ਮੈਂ ਮਾਸਟਰ ਹਾਂ, ਇਹ ਮੇਰੇ ਚੇਲੇ ਨੇ, ਇਹ ਮੇਰੇ ਚੇਲੇ ਹੀ ਰਹਿਣ। ਦੇਖੋ ਗੁਰੂ ਨਾਨਕ ਕੋਲ ਵੀ ਭਾਈ ਲਹਿਣਾ ਚੇਲਾ ਬਣ ਕੇ ਆਇਆ ਸੀਗਾ, ਗੁਰੂ ਨਾਨਕ ਨੇ ਉਹਨੂੰ ਗੁਰੂ ਬਣਾਇਆ, ਤੇ ਆਪ ਗੁਰੂ ਨਾਨਕ ਨੇ ਮੱਥਾ ਟੇਕਿਆ ਭਾਈ ਲਹਿਣੇ ਨੂੰ। ਦੇਖੋ ਨਾ, ਇਹ ਗੁਰੂ ਨਾਨਕ ਦਾ ਘਰ ਹੈ। ਇੱਥੇ ਇਹ ਸਿਸਟਮ ਨਹੀਂ ਚੱਲ ਸਕਦਾ ਕਿ ਮੈਂ ਹੀ ਹਮੇਸ਼ਾ ਵੱਡਾ ਹੋਵਾਂ, ਮੇਰੇ ਤੋਂ ਤੂੰ ਛੋਟਾ ਹੀ ਰਹੇਗਾ। ਨਹੀਂ, ਇਹ ਤਾਂ ਉਹ ਘਰ ਆ ਜਿੱਥੇ ਚੇਲਾ ਵੀ ਗੁਰੂ ਬਣਦਾ ਤੇ ਗੁਰੂ ਚੇਲਾ ਬਣਦਾ। ਸੋ ਇਹ ਜਿਹੜਾ ਕਨਸੈਪਟ ਨੂੰ ਆਪਾਂ ਸਾਰਾ ਹੀ ਫੇਲ ਹੋ ਗਿਆ, ਕਿਉਂਕਿ ਲੋਕ ਮਾਨੀਟਰੀ ਦੇ ਵਿੱਚ ਪੈ ਗਏ, ਫੇਮ ਦੇ ਵਿੱਚ ਪੈ ਗਏ। ਉਹਨਾਂ ਨੂੰ ਫੇਮ ਚਾਹੀਦਾ, ਉਹਨਾਂ ਨੂੰ ਮਾਇਆ ਚਾਹੀਦੀ ਆ, ਮਸ਼ਹੂਰੀ ਚਾਹੀਦੀ ਆ। ਇਸ ਕਰਕੇ ਇਹ ਸਾਰੀ ਜਿਹੜੀਆਂ ਹਨ ਡੇਰੇ ਇੱਕ ਦੁਕਾਨਾਂ ਬਣ ਗਈਆਂ। ਸੋ ਇਸ ਕਰਕੇ ਆਪਾਂ ਫੇਲ ਹੋ ਗਏ। ਉਹ ਮੈਤਰੀ ਭਾਵ ਹੈ ਨਹੀਂ। ਦੇਖੋ ਸਿੰਪਲ ਗੁਣ ਹੈ ਮੈਤਰੀ, ਉਹ ਵੀ ਆਪਾਂ ਨਹੀਂ ਕਮਾ ਸਕੇ। ਲੋਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਬ੍ਰਹਮ ਗਿਆਨ ਆ ਜੀ, ਇਹ ਆ ਜੀ, ਉਹ ਆ ਜੀ, ਇਹ ਕਰ ਦਾਂਗੇ, ਉਹ ਕਰ, ਪਰ ਸਿੰਪਲ ਰੂਲ ਮੈਤਰੀ ਭਾਵ ਯੂ ਡੋਂਟ ਹੈਵ। ਸੋ ਵੱਡਾ ਵੱਡਾ ਗਿਆਨ ਤੁਹਾਡਾ ਕੀ ਸਵਾਰੇਗਾ ਜੇ ਇੱਕ ਛੋਟੀ ਜਿਹੀ ਚੀਜ਼ ਨਹੀਂ ਸਵਾਰ ਸਕੀ। ਇਹ ਛੋਟਾ ਜਿਹਾ ਗੁਣ ਹੈ। ਸੋ ਇਸ ਕਰਕੇ ਜੇ ਕੁਝ ਬੁੱਧ ਹੋਵਸ, ਉਸ ਕਰਕੇ ਵੀ ਸਿੱਖਾਂ ਨੂੰ ਸੁਖੀ ਕਰੇ। ਹਾਂ, ਜੇ ਬੁੱਧੀ ਹੋਵੇ, ਜੇ ਬੰਦਾ ਸਿਆਣਾ ਹੋਵੇ, ਲੋਕਾਂ ਨੂੰ ਦੁਖੀ ਨਾ ਕਰੇ, ਲੋਕਾਂ ਨੂੰ ਸੌਖਾ ਕਰੇ। ਤੁਹਾਨੂੰ ਪਤਾ ਇਹ ਦੁਨੀਆ ਵਿੱਚ ਸਭ ਤੋਂ ਟਰਬਲ ਮੇਕਰਸ ਕਿਹੜੇ ਨੇ? ਜਿਹਦੇ 2 ਅੱਖਰ ਪੜ੍ਹੇ ਹੁੰਦੇ ਨੇ, ਉਹ ਸਾਰੀ ਦੁਨੀਆ ਨੂੰ ਤੰਗ ਕਰਕੇ ਰੱਖ ਦਿੰਦੇ ਆ। ਮਹਾਰਾਜ ਕਹਿੰਦੇ ਜੇ ਬੁੱਧੀ ਹੋਵੇ ਨਾ, ਜੇ ਤੂੰ ਕੁਝ ਸਿੱਖਿਆ ਹੋਇਆ ਨਾ, ਦੂਜੇ ਨੂੰ ਸੁੱਖ ਦੇ, ਦੁੱਖ ਨਾ ਦੇ। ਜੇ ਤੂੰ ਕਿਸੇ ਦਾ ਦਿਲ ਰੱਖ ਨਹੀਂ ਸਕਦਾ ਤਾਂ ਤੂੰ ਦਿਲ ਤੋੜ ਵੀ ਨਾ। ਤੈਨੂੰ ਦਿਲ ਤੋੜਨ ਦਾ ਵੀ ਕੋਈ ਹੱਕ ਨਹੀਂ ਹੈਗਾ। ਹਾਂਜੀ, ਤੂੰ ਦਿਲ ਜੇ ਨਹੀਂ ਰੱਖ ਸਕਦਾ, ਚਲੋ ਤੂੰ ਚੁੱਪ ਰਹਿ ਜਾ, ਕਿਉਂ ਤੂੰ ਦਿਲ ਤੋੜਨਾ ਕਿਸੇ ਦਾ। ਸੋ ਕਹਿੰਦੇ ਜੇ ਬੁੱਧੀ ਹੋਵੇ, ਤੂੰ ਸਿਆਣਾ ਹੋਵੇ, ਤੇਰੀ ਇੰਟੈਲੈਕਟ ਚੰਗੀ ਹੈ, ਤੂੰ ਦੁਨੀਆ ਦੀ ਮਦਦ ਕਰ। ਇਹ ਤਾਂ ਮੈਤਰੀ ਹੈ। ਹਾਂ, ਇਹ ਮੈਤਰੀ ਭਾਵ ਹੈ। ਦ ਫਰਸਟ ਵਨ, ਮੈਤਰੀ ਭਾਵ ਇਹ ਹੈ। ਕਰਨਾ ਕਿਸ ਨੂੰ ਕਹਿੰਦੇ ਹਨ? ਹੁਣ ਕਹਿੰਦੇ ਕਰਨਾ ਕਿਸ ਨੂੰ ਕਹਿੰਦੇ ਹਨ? ਜੋ ਆਪ ਥੀ ਧਨ ਕਰਕੇ ਨੀਵਾ ਹੋਵੇ। ਦੇਖੋ ਇਹ ਕਰਨਾ ਹੁੰਦਾ ਹੈ ਜੋ ਆਪ ਥੀ ਧਨ ਕਰਕੇ ਨੀਵਾ ਹੋਵੇ। ਕਹਿੰਦੇ ਇਹ ਕਰਨਾ ਭਾਵ ਉਹ ਹੈ ਕਿ ਕਰਨਾ ਹੁੰਦਾ ਹੈ ਤਰਸ ਕਰਨਾ, ਟੂ ਹੈਵ ਪਿਟੀ ਔਨ ਅਦਰਸ, ਇਹਨੂੰ ਕਰਨਾ ਕਹਿੰਦੇ ਹਨ। ਸੋ ਇਹ ਜਿਹੜਾ ਇਹ ਭਾਵ ਹੈ, ਕਹਿੰਦੇ ਐਸਾ ਜਿਹੜਾ ਹੈ ਆਪਣਾ ਹੀ ਧਨ ਲੈ ਕੇ ਨੀਵਾ ਹੋਵੇ। ਮਤਲਬ ਜੇ ਆਪਾਂ ਕਿਸੇ ਨੂੰ ਦਾਨ ਕਰਨਾ ਨਾ, ਯੂ ਹੈਵ ਟੂ ਡੋਨੇਟ ਸਮਥਿੰਗ, ਯੂ ਕੈਨੋਟ ਬੀ ਲਾਈਕ ਦੈਟ, ਓ ਆਈ ਐਮ ਗਿਵਿੰਗ ਦਿਸ, ਨੋ, ਨੀਵਾ ਹੋ ਕੇ
ਆਪਣਾ ਹੀ ਧਨ ਹੋਵੇ। ਜੇ ਤੁਸੀਂ ਦੇਣਾ ਵੀ ਆ ਨਾ, ਕਿਸੇ ਨੂੰ ਬੇਨਤੀ ਕਰਕੇ ਦੇਣਾ ਹੈ, ਪਲੀਜ਼ ਆ ਲੈ ਲਓ, ਮੇਰੀ ਕਮਾਈ ਸਫਲ ਕਰੋ, ਪਲੀਜ਼ ਮੇਰੀ ਕਮਾਈ ਸਫਲ ਕਰ ਦਿਓ, ਪਲੀਜ਼ ਲੈ ਲਾ। ਆਪਾਂ ਇਹ ਨਹੀਂ ਕਹਿਣਾ ਚੱਲ ਲੈ ਆਈ, ਜਾਂ ਮੈਂ ਦਿੱਤਾ ਮੇਰਾ ਨਾਂ ਲਿਖ, ਅਨਾਉਂਸ ਕਰ ਜਾ ਕੇ, ਹਾਂਜੀ ਸਾਰਿਆਂ ਨੂੰ ਸੁਣਨਾ ਚਾਹੀਦਾ ਵੀ ਮੈਂ ਦਿੱਤਾ ਹੈ। ਉਹ ਗੱਲ ਨਹੀਂ, ਨੀਵਾਂ ਹੋ ਕੇ ਦੇਣਾ ਹੈ, ਹੰਬਲਨੈਸ। ਉਹ ਵੀ ਜਿਹੜਾ ਹੈ ਕਿਸੇ ਨੂੰ ਮਿੰਨਤਾਂ ਕਰਕੇ ਦੇਣਾ, ਲੈ ਲਓ ਭਾਈ, ਲੈ ਲਓ ਭਾਈ, ਲੈ। ਓਕੇ, ਇਮੇਜਿਨ ਕਰੋ ਸਾਰੀ ਦੁਨੀਆ ਦੀ ਭਿਖਾਰੀ ਕੋਈ ਵੀ ਨਾ ਹੋਵੇ। There are no beggars in the world. There are no needy ones in the world. ਸਾਰੇ ਹੀ ਧਨੀ ਨੇ, everybody is well to do. ਤੁਸੀਂ ਦਾਨ ਕਰ ਸਕੋਗੇ? ਕਿਹਨੂੰ ਦਾਨ ਕਰੋਗੇ ਤੁਸੀਂ? ਤੁਸੀਂ ਬਿਲ ਗੇਟਸ ਨੂੰ ਜਾ ਕੇ ਦੋਗੇ 2 ਰਿੰਗਿਟ ਡੋਨੇਸ਼ਨ? ਦੇ ਦਿਓ ਜਾ ਕੇ ਉਹਨੂੰ, ਜਦੋਂ ਕਿਤੇ ਮਿਲਿਆ ਮਾਈ ਡੋਨੇਸ਼ਨ ਟੂ ਯੂ 2 ਰਿੰਗਿਟ, ਹੁਣ ਚੱਕ ਕੇ ਥੋੜੇ ਮੂੰਹ ਤੇ ਮਾਰਨੇ ਆ। ਉਹ ਕਹਿੰਦਾ ਦੋ ਕੀ ਦਿੰਦਾ, ਮੈਂ ਤੈਨੂੰ 200 ਦਿੰਦਾ। ਤੁਸੀਂ ਕਿਹਨੂੰ ਦਾਨ ਕਰੋਗੇ? ਸੋ ਇਸ ਕਰਕੇ ਕਹਿੰਦੇ ਮਿੰਨਤਾਂ ਕਰਕੇ ਦਿਓ। ਤਾਂ ਹੀ ਗੁਰਦੁਆਰੇ ਵਿੱਚ ਜਦੋਂ ਵੀ ਆਪਾਂ ਦਿੰਦੇ ਆ ਨਾ, ਆਪਾਂ ਨੂੰ ਮਿੰਨਤਾਂ ਕਰਕੇ ਦੇਣੀਆਂ ਚਾਹੀਦੀਆਂ, ਆਕੜ ਕੇ ਨਹੀਂ ਦੇਣਾ ਚਾਹੀਦਾ। ਬੁੱਧ ਕਰਕੇ ਨੀਵਾ ਹੋਵੇ, ਹਾਂ, ਬੁੱਧੀ ਕਰਕੇ ਨੀਵਾ ਹੋਵੇ। ਕਹਿੰਦੇ ਮਨ ਨੀਵਾ ਮੱਤ ਉੱਚੀ ਚਾਹੀਦੀ ਆ ਨਾ, ਮਨ ਨੀਵਾ ਚਾਹੀਦਾ, ਮੱਤ ਉੱਚੀ ਚਾਹੀਦੀ ਹੈ ਬੰਦੇ ਦਾ। ਅੱਜ ਕੀ ਆ ਜੀ, ਮੱਤ ਨੀਵੀਂ ਆ, ਮਨ ਉੱਚਾ ਹੈ। ਹਾਂਜੀ, ਮਨ ਬੜਾ ਹੰਕਾਰੀ ਆ, ਜਾਣਦੇ ਕੁਝ ਨਹੀਂ ਹੁੰਦੇ। ਹਾਂਜੀ, ਕਹਿੰਦੇ ਬੁੱਧੀ ਜਿਹੜੀ ਹੈ ਕਹਿੰਦੇ ਨੀਵੀਂ ਹੋਣੀ ਚਾਹੀਦੀ ਹੈ। ਵਿਦਿਆ ਕਰਕੇ ਨੀਵਾ ਹੋਵੇ। ਹਾਂ, ਕਹਿੰਦੇ ਵਿਦਿਆ ਕਰਕੇ ਜਿੰਨਾ ਪੜਿਆ ਹੋਵੇ ਉਨਾ ਹੀ ਉਹਦੇ ਵਿੱਚ ਨਿਮਰਤਾ ਵੀ ਹੋਵੇ। ਨੀਵਾ ਸੋ ਗੌਰਾ ਹੋਏ। ਹਾਂਜੀ, ਜਿੰਨਾ ਨੀਵਾ ਹੋਵੇ ਨਾ, ਉਹ ਜਿਹੜਾ ਆਪਣਾ ਸਕੇਲ ਹੁੰਦਾ, ਜਿੰਨਾ ਨੀਵਾ ਹੋਊਗਾ ਉਨਾ ਹੀ ਭਾਰਾ ਹੋਊਗਾ ਨਾ। ਕਹਿੰਦੇ ਵਿਦਿਆ ਕਰਕੇ ਵੀ ਨੀਵਾ ਹੋਵੇ, ਨਿਮਰਤਾ ਹੋਵੇ। ਅਥਵਾ ਬਲ ਕਰਕੇ ਨੀਵਾ ਹੋਵੇ। ਹਾਂ, ਫਿਰ ਜੇ ਤਾਕਤਵਰ ਹੈ, ਉਹਦੇ ਚ ਤਾਕਤ ਬਹੁਤ ਆ, ਫਿਰ ਵੀ ਨੀਵਾ ਹੋਵੇ, ਆਪਣੀ ਤਾਕਤ ਨਾ ਕਿਸੇ ਨੂੰ ਦਿਖਾਵੇ। ਤਾਂ ਉਸ ਨੂੰ ਛੋਟੇ ਭਾਈ ਕਹਿ ਪੁੱਤਰ ਕੀ ਨਿਆਈ ਜਾਣੇ। ਹਾਂ, ਕਹਿੰਦੇ ਜੇ ਆਪਾਂ ਆਪਣੇ ਆਪ ਤੋਂ ਕੋਈ ਛੋਟਾ ਕਮਜ਼ੋਰ ਬੰਦਾ ਦਿਸੇ, ਕੋਈ ਗਰੀਬ ਦਿਸੇ, ਕੋਈ ਅਨਪੜ੍ਹ ਦਿਸੇ, ਉਹਦੇ ਉੱਤੇ ਤਰਸ ਕਰੇ, ਤਰਸ ਕਰਕੇ ਉਹਨੂੰ ਹੈਲਪ ਕਰੇ ਵੀ ਮੈਂ ਇਹਨੂੰ ਵੀ ਉਠਾਵਾਂ, ਵੀ ਮੈਂ ਇਹਨੂੰ ਵੀ ਉਠਾਵਾਂ। ਹਾਂਜੀ, ਇਹਨੂੰ ਮੈਂ ਗਰੀਬ ਨਹੀਂ ਰਹਿਣ ਦੇਣਾ, ਮੈਂ ਇਹਨੂੰ ਵੀ ਧਨੀ ਕਰਾਂ। ਸੋ ਕਹਿੰਦੇ ਐਸਾ ਕਨਸੈਪਟ ਹੋਣਾ ਚਾਹੀਦਾ ਹੈ ਕਿ ਬੰਦੇ ਦੇ ਮਨ ਵਿੱਚ ਇਹ ਇੱਛਾ ਹੋਵੇ ਕਿ ਜੇ ਮੇਰੇ ਕੋਲ ਕੁਝ ਵਾਧਾ, ਮੈਂ ਇਹਨੂੰ ਵੀ ਦੇ ਕੇ ਇਹਨੂੰ ਵੀ ਉਠਾਵਾਂ। ਇਹ ਨਹੀਂ ਵੀ ਜਿਹੜਾ ਚੰਗਾ ਉਹਨੂੰ ਥੱਲੇ ਲਿਆਓ। ਹਾਂ, ਕਨਸੈਪਟ ਤਾਂ ਇਹੀ ਬਣਿਆ ਹੋਇਆ ਨਾ ਆਪਣੇ ਅੱਜ ਕੱਲ੍ਹ। ਜਿਹੜਾ ਕਾਮਯਾਬ ਬੰਦਾ ਹੈ ਉਹਨੂੰ ਫੀਲ ਕਰੋ, ਤੇ ਜਿਹੜਾ ਆਪਣਾ ਚਲੋ ਜੇ ਕੁਝ ਨੁਕਸਾਨ ਹੁੰਦਾ ਵੀ ਹੋਵੇ, ਡਜ਼ਨਟ ਮੈਟਰ, ਪਰ ਕਿਸੇ ਨੂੰ ਕਾਮਯਾਬ ਨਹੀਂ ਹੋਣ ਦੇਣਾ। ਇਹ ਗੱਲਾਂ ਨਹੀਂ ਹੁੰਦੀਆਂ। ਕਹਿੰਦੇ ਉਹਨੂੰ ਹੈਲਪ ਕਰੇ, ਜਿੰਨਾ ਵੀ ਕੁਝ ਹੈਗਾ ਆਪਣੇ ਕੋਲ ਦੂਜਿਆਂ ਵਾਸਤੇ ਵਰਤੇ ਤੇ ਦੂਜਿਆਂ ਦੇ ਫਾਇਦੇ ਵਾਸਤੇ ਵਰਤੇ। ਉਸ ਨਾਲ ਸਹਾਇਤਾ ਕਰੇ, ਉਹਨਾਂ ਨੂੰ ਹੈਲਪ ਕਰੇ। ਗਰਬ ਨਾ ਕਰੇ, ਹੰਕਾਰ ਨਾ ਕਰੇ ਵੀ ਮੇਰੇ ਕੋਲ ਇਹ ਹੈਗਾ ਜੀ, ਉਹ ਤੇਰੇ ਕੋਲ ਹੈਗਾ ਨਹੀਂ ਹੈਗਾ, ਐ ਨਾ ਕਰੇ। ਉਹਨੂੰ ਹੈਲਪ ਕਰੇ, ਉਹਦੀ ਮਦਦ ਕਰੇ, ਆਪਣਾ ਜਿਹੜਾ ਧੰਨਵਾਦ ਆ ਉਹਨੂੰ ਦੇ ਕੇ, ਉਹਨੂੰ ਹੈਲਪ ਕਰਕੇ ਉਹਨੂੰ ਵੀ ਉਠਾਵੇ। ਇਹੋ ਕਰਨਾ ਹੈ। ਕਹਿੰਦੇ ਇਹਨੂੰ ਕਹਿੰਦੇ ਆ ਕਰਨਾ, ਤਰਸ ਕਰਨਾ, ਇਹਨੂੰ ਕਰਨਾ ਹੈ ਜੀ। ਤੇ ਮੁਦਤਾ ਕਿਸ ਨੂੰ ਕਹਿੰਦੇ ਹੁਣ ਹਨ? ਆਗੇ ਜੀ ਤੀਜੇ ਪੁਆਇੰਟ ਤੇ ਮੁਦਤਾ। ਮੁਦਤਾ ਕੀ ਹੁੰਦੀ ਹੈ? ਜੋ ਆਪ ਥੀ ਗੁਣ ਕਰਕੇ, ਬੁੱਧ ਕਰਕੇ, ਵਿਦਿਆ ਕਰਕੇ ਵੱਡਾ ਹੋਵੇ। ਜੇ ਆਪਣੇ ਜਿਹੜਾ ਹੈ, ਜੇ ਬੰਦੇ ਕੋਲ ਗੁਣ ਵੱਧ ਹੋਣ, ਉਹਦੇ ਕੋਲ ਗੁਣ ਜ਼ਿਆਦੇ ਹੋਣ, ਬੁੱਧੀ ਵੀ ਉਹਦੀ, ਇੰਟੈਲੈਕਟ ਵੀ ਹੁਸ਼ਿਆਰ ਹੋਵੇ, ਕਲੇਵਰ ਹੋਵੇ, ਇੰਟੈਲੀਜੈਂਟ ਹੋਵੇ, ਉਹਦੇ ਕੋਲ ਵਿਦਿਆ ਵੀ ਜ਼ਿਆਦੇ ਹੋਵੇ, ਵੱਡਾ ਹੋਵੇ ਤਾਂ ਸੁਣ ਕੇ ਦੇਖ ਕੇ ਪ੍ਰਸੰਨ ਹੋਵੇ। ਹਾਂ, ਜੇ ਕੋਈ ਦੇਖੇ ਵੀ ਇਹਦੇ ਚ ਗੁਣ ਵੀ ਜ਼ਿਆਦੇ ਨੇ, ਇਹਦੇ ਚ ਵੈਲਥ ਵੀ ਜ਼ਿਆਦੇ ਆ, ਇਹਦੇ ਕੋਲ ਇੰਟੈਲੈਕਟ ਵੀ ਜ਼ਿਆਦੇ ਆ, ਉਹਦੇ ਨਾਲ ਜੈਲਸ ਨਾ ਹੋਵੇ, ਉਹਦੇ ਨਾਲ ਈਰਖਾ ਨਾ ਕਰੇ, ਉਹਦੇ ਤੇ ਖੁਸ਼ ਹੋਵੇ ਵੀ ਹਾਂ ਦੇਖੋ ਇਹ ਕਿੱਡਾ ਹੁਸ਼ਿਆਰ ਹੈ, ਇਹ ਸਭ ਕੁਝ ਜਾਣਦਾ ਹੈ, ਦੇਖੋ ਇਹਦੇ ਕੋਲ ਕਿੰਨੀ ਮਾਇਆ ਹੈ, ਇਹ ਕਿ ਜਿਹੜਾ ਹੈ ਰੋਲਸ ਰਾਇਸ ਭਜਾਈ ਫਿਰਦਾ ਹੈ, ਕਿੱਡੇ ਕਿੱਡੇ ਬੰਗਲੋ ਨੇ, ਕਿੱਡੀ ਕਿੱਡੀ ਇਹਦੀ ਜਾਇਦਾਦ ਬਣੀ ਹੋਈ, ਬੰਦਾ ਖੁਸ਼ ਹੋਵੇ। ਕਿਸੇ ਨੂੰ ਇਹ ਗੱਲੋਂ ਵੱਡਾ ਦੇਖ ਕੇ ਅੰਦਰੋਂ ਖੁਸ਼ੀ ਆਵੇ ਵੀ ਹਾਂ ਦੇਖੋ ਮਹਾਰਾਜ ਨੇ ਇਹਨੂੰ ਕਿੱਡਾ ਵੱਡਾ ਬਣਾਇਆ, ਦੇਖੋ ਇਹਨੇ ਕਿੰਨੇ ਪੁੰਨ ਕੀਤੇ ਹੋਣੇ ਪਿਛਲੇ ਜਨਮ ਦੇ ਵਿੱਚ, ਕੀ ਕੁਝ ਨਹੀਂ ਇਹਨੇ ਕੀਤਾ ਹੋਣਾ ਜਿਹਦੇ ਕਰਕੇ ਪਰਮਾਤਮਾ ਨੇ ਇਹਨੂੰ ਇੰਨਾ ਕੁਝ ਦਿੱਤਾ ਹੋਣਾ। ਆਖੇ ਧੰਨ ਵਾਹਿਗੁਰੂ ਹੈ ਐਸੇ ਵੀ ਸਿੱਖ ਕੀਤੇ ਹੈ। ਕਹਿ ਲਗੇ ਫੇਰ ਕਵੇ ਹੇ ਧੰਨ ਧੰਨ ਸਤਿਗੁਰੂ, ਧੰਨ ਵਾਹਿਗੁਰੂ, ਤੁਸੀਂ ਦੇਖੋ ਕਿੱਡੇ ਵੱਡੇ ਵੱਡੇ ਸਿੱਖ ਬਣਾਏ ਨੇ, ਕਿੱਡੇ ਪਾਵਰਫੁਲ ਸਿੱਖ ਬਣਾਏ ਨੇ, ਕਿੰਨੇ ਤਕੜੇ ਸਿੱਖ ਬਣਾਏ ਆ ਮਹਾਰਾਜ, ਤੁਹਾਡਾ ਸ਼ੁਕਰ ਹੈ ਮਹਾਰਾਜ, ਥੋੜਾ ਸ਼ੁਕਰ ਹੈ ਐਸੇ ਵੱਡੇ ਵੱਡੇ ਸਿੱਖ ਤੁਸੀਂ ਬਣਾਏ ਹਨ। ਜਿਵੇਂ ਆਪਣੇ ਪਿਤਾ ਦਾ ਤੇ ਗੁਰਾਂ ਦਾ ਜਸ ਸੁਣ ਕੇ ਕੋਈ ਪ੍ਰਸੰਨ ਹੁੰਦਾ ਹੈ। ਦੇਖੋ ਨਾ, ਜੇ ਤੁਹਾਡੇ ਪਿਤਾ ਦੀ ਕੋਈ ਵਡਿਆਈ ਕਰਦਾ, if someone praises your father, if someone praises your guru, ਹਾਂਜੀ, ਤੁਸੀਂ ਗੁਰੂ ਆਪਣੇ ਪਿਤਾ ਦੀ ਵਡਿਆਈ ਨੂੰ ਸੁਣ ਕੇ ਤੁਸੀਂ ਖੁਸ਼ ਹੁੰਦੇ ਹੋ, ਹਾਂ ਮੇਰੇ ਪਿਤਾ ਨੂੰ ਇਹਨੇ ਚੰਗਾ ਕਿਹਾ,
ਹਾਂ ਮੇਰੇ ਗੁਰੂ ਨੂੰ ਇਹ ਚੰਗਾ ਕਹਿੰਦਾ ਹੈ। ਅੱਜ ਜੇ ਕੋਈ ਕਹਿ ਦਿੰਦਾ ਨਾ, ਕੋਈ ਮੁਸਲਮਾਨ, ਕੋਈ ਕ੍ਰਿਸਚੀਅਨ, ਕੋਈ ਹਿੰਦੂ ਕਹਿ ਦਿੰਦਾ ਹੈ ਦ ਗ੍ਰੇਟੈਸਟ ਇਜ਼ ਗੁਰੂ ਨਾਨਕ, ਵਾਹ ਤੁਸੀਂ ਸਾਰੇ ਖੁਸ਼ ਹੋ ਜਾਂਦੇ ਆ, ਚੱਕ ਕੇ ਉਹੀ ਫਾਰਵਰਡ ਇੱਧਰੋਂ ਕਰੋ ਉੱਧਰੋਂ ਕਰੋ, ਸਾਰੀ ਦੁਨੀਆ ਨੂੰ ਫਾਰਵਰਡ ਕਰ ਦਿੰਦੇ ਹੋ। ਜੇ ਕੋਈ ਕਹਿੰਦਾ ਹਰਮੰਦਰ ਸਾਹਿਬ ਇਜ਼ ਦ ਮੋਸਟ ਵਿਜ਼ਿਟਡ ਪਲੇਸ ਇਨ ਦ ਵਰਲਡ, ਉਹ ਸਾਰੇ ਚੱਕ ਕੇ ਫਾਰਵਰਡ, ਕਿਉਂਕਿ ਖੁਸ਼ੀ ਹੁੰਦੀ ਹੈ ਨਾ ਸਾਰਿਆਂ ਨੂੰ ਕਿ ਮੇਰੇ ਗੁਰੂ ਨੂੰ ਚੰਗਾ ਕਿਹਾ ਹੈ। ਸਮਨ ਇਜ਼ ਪ੍ਰੇਜ਼ਿੰਗ ਮਾਈ ਗੁਰੂ, ਸਮਨ ਇਜ਼ ਪ੍ਰੇਜ਼ਿੰਗ ਹਰਮੰਦਰ ਸਾਹਿਬ, ਮੇਰੇ ਪਿਤਾ ਦੀ ਕੋਈ ਵਡਿਆਈ ਕਰ ਰਿਹਾ, ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਤੈਸੇ ਹੀ ਪ੍ਰਸੰਨ ਹੋਵੇ, ਉਹ ਐਸਾ ਹੀ ਪ੍ਰਸੰਨ ਹੋਏ ਕਿਸੇ ਨੂੰ ਵੱਡਾ ਦੇਖ ਕੇ, ਉਹਦੇ ਨਾਲ ਜਲੇ ਨਾ, ਉਹਦੇ ਨਾਲ ਇਨਵੀ ਨਾ ਕਰੇ, ਉਹਦੇ ਨਾਲ ਖੁਸ਼ੀ ਹੋਵੇ, ਉਹਨੂੰ ਖੁਸ਼ੀ ਵਿੱਚ ਰੱਖੇ ਵੀ ਹਾਂ ਮਹਾਰਾਜ ਤੁਸੀਂ ਇਹਨੂੰ ਵੱਡਾ ਕੀਤਾ, ਬਹੁਤ ਧੰਨਵਾਦ ਹੈ ਮਹਾਰਾਜ। ਦੇਖੋ ਨਾ, ਜੇ ਤੁਸੀਂ ਕਿਸੇ ਦੀ ਖੁਸ਼ੀ ਵਿੱਚ ਖੁਸ਼ੀ ਮਿਲਾਵਾਂਗੇ ਨਾ, ਤੁਹਾਨੂੰ ਮਹਾਰਾਜ ਹੋਰ ਵੀ ਦਿੰਦਾ। ਇੱਕ ਗ੍ਰੰਥ ਮੈਂ ਪੜ੍ਹਿਆ ਸੀ ਨਾ, ਉਹਦੇ ਵਿੱਚ ਲਿਖਿਆ ਹੋਇਆ ਨਾ, ਕਹਿੰਦੇ ਪਰਮਾਤਮਾ ਜਿਹੜਾ ਹੈ ਨਾ, ਕਹਿੰਦੇ ਜੇ ਅਗਰ ਨਾ ਪਰਮਾਤਮਾ ਕਿਸੇ ਨੂੰ ਦਿੰਦਾ ਹੈ ਨਾ, ਚਲੋ ਉਹਦੇ ਕਰਮਾਂ ਦਾ ਖੇਡ ਹੈ, ਚਲੋ ਜੋ ਮਰਜੀ, ਉਹਨੂੰ ਜਦੋਂ ਮਹਾਰਾਜ ਦਿੰਦਾ ਹੈ ਨਾ, ਤੁਸੀਂ ਉਹਨੂੰ ਦੇਖ ਕੇ ਜਦੋਂ ਜੈਲਸ ਹੁੰਦੇ ਹੋ ਨਾ, ਮਹਾਰਾਜ ਕਹਿੰਦੇ ਹਨ ਮੈਂ ਇਹਨੂੰ ਦਿੰਦਾ ਹਾਂ, ਇਹਦਾ ਕੀ ਜਾਣਦਾ ਹੈ, ਇਹ ਕਿਉਂ ਈਰਖਾ ਕਰ ਰਿਹਾ ਹੈ, ਇਹ ਕਿਉਂ ਜੈਲਸ ਹੋ ਰਿਹਾ, ਮੈਂ ਦੇ ਰਿਹਾ ਨਾ ਉਹਨੂੰ। ਕਹਿੰਦੇ ਮਹਾਰਾਜ ਨੂੰ ਫਿਰ ਇਹ ਬੰਦੇ ਚੰਗੇ ਨਹੀਂ ਲੱਗਦੇ, ਵੀ ਉਹੀ ਜੈਲਸ ਹੋਈ ਜਾਂਦਾ, ਸੜੀ ਜਾਂਦਾ। ਕਹਿੰਦੇ ਜੇ ਅਗਰ ਉਲਟਾ ਕਿਸੇ ਨੂੰ ਤੁਸੀਂ ਕਾਮਯਾਬ ਦੇਖ ਕੇ ਹੋਰ ਖੁਸ਼ ਹੋ, ਤਾਂ ਉਹ ਪਰਮਾਤਮਾ ਕਹਿੰਦਾ ਦੇਖ ਮੈਂ ਇਹਨੂੰ ਦਿੰਦਾ, ਇਹ ਹੋਰ ਖੁਸ਼ ਹੋਈ ਜਾਂਦਾ, ਇਹਦੇ ਤੋਂ ਵੱਧ ਇਹਨੂੰ ਖੁਸ਼ੀ ਹੋ ਰਹੀ ਹੈ, ਤੇ ਪਰਮਾਤਮਾ ਫਿਰ ਇਹਨੂੰ ਵੀ ਦਿੰਦਾ। ਗੱਲ ਤਾਂ ਸਾਰੀ ਖੁਸ਼ੀ ਦੀ ਹੈ। ਕਿਸੇ ਦਾ ਕੰਮ ਸਵਾਰਿਆ ਜਾਵੇ ਨਾ, ਲੋਕਾਂ ਨੂੰ ਅੱਜ ਕੱਲ੍ਹ ਸੁੱਖ ਨਾਲੋਂ ਵੱਡਾ ਦੁੱਖ ਹੁੰਦਾ ਹੈ ਵੀ ਇਹਦਾ ਕੰਮ 'ਚ ਕਿਉਂ ਚੰਗਾ ਹੋ ਗਿਆ, ਕਿਉਂ ਆਏ ਹੋ ਗਿਆ ਜੀ, ਖੁਸ਼ੀ ਨਹੀਂ ਹੁੰਦੀ। ਸੋ ਇਹ ਚੀਜ਼ ਹੈ ਜਿਹੜੇ ਆਪਾਂ ਆਪਣੇ ਸਿੱਖਾਂ ਦੇ ਵਿੱਚ ਨਾ ਇਹ ਗੁਣ ਚਲੇ ਗਏ ਨੇ। ਤਾਂ ਹੀ ਆਪਾਂ ਕਹਿੰਦੇ ਨਾ ਪਿਛਲੇ ਸਮਿਆਂ 'ਚ ਸਿੱਖ ਜਿਹੜੇ ਸਨ ਬਹੁਤ ਕਾਮਯਾਬ ਸਨ, ਕਿਉਂ? ਇਹ ਗੁਣ ਸੀ ਉਹਨਾਂ ਦੇ ਵਿੱਚ, ਉਹ ਇਹ ਗੁਣ ਪੜ੍ਹਿਆ ਕਰਦੇ ਸਨ, ਇਹ ਗੁਣਾਂ ਤੇ ਅਮਲ ਕਰਿਆ ਕਰਦੇ ਸਨ। ਆਪਾਂ ਨਹੀਂ ਕਰਦੇ, ਆਪਾਂ ਨੂੰ ਤਾਂ ਇਹ ਗੁਣਾਂ ਦਾ ਪਤਾ ਵੀ ਕੋਈ ਨਹੀਂ ਹੈਗਾ। ਨਿੰਦਾ ਕਿਸੇ ਕੀ ਨਾ ਕਰੇ, ਹਾਂ, ਨਿੰਦਿਆ ਕਿਸੇ ਦੀ ਨਹੀਂ ਕਰਨੀ, ਕਿਸੇ ਨੂੰ ਮਾੜਾ ਨਹੀਂ ਕਹਿਣਾ, ਕਿਸੇ ਨੂੰ ਜਿਹੜਾ ਹੈ ਮਾੜਾ ਜਿਹੜਾ ਹੈ ਉਹ ਕੀ ਹੈ ਵੀ ਕਿਸੇ ਦੇ ਗੁਣ ਨੂੰ ਔਗਣ ਬਣਾ ਕੇ ਨਹੀਂ ਦਿਖਾਉਣਾ, ਕਿਸੇ ਦੇ ਚੰਗੇ ਕਰਮ ਨੂੰ ਵੀ ਮਾੜਾ ਕਰਮ ਕਰਕੇ ਨਹੀਂ ਕਹਿਣਾ। ਤੇ ਉਪੇਖਿਆ ਉਸ ਨੂੰ ਆਖਦੇ ਹਨ। ਓਕੇ, ਹੁਣ ਉਪੇਖਿਆ ਕੀ ਹੁੰਦੀ ਹੈ? ਦ ਫੋਰਥ ਵਨ ਨਾ, ਦ ਫੋਰਥ ਕੈਰੈਕਟਰਿਸਟਿਕਸ ਹੈਗਾ ਉਪੇਖਿਆ। ਸੋ ਉਪੇਖਿਆ ਕੀ ਹੈ? ਜੋ ਆਪਣੀ ਬੁੱਧ ਤੇ ਗੁਰਾਂ ਦੇ ਵਚਨਾਂ ਦੇ ਅਨੁਸਾਰ ਸਭਨਾਂ ਨੂੰ ਉਪਦੇਸ਼ ਕਰੇ। ਦੇਖੋ, ਉਹ ਜਿਹੜੇ ਉਪੇਖਿਆ ਹੁੰਦੀ ਹੈ ਕਿ ਸਾਰੇ ਦੁਨੀਆ ਨੂੰ ਉਪਦੇਸ਼ ਦੇਣਾ, ਸਮਝਾਉਣਾ, ਪਰ ਕਿਹੜੇ ਮਤ ਨਾਲ? ਗੁਰੂ ਦੀ ਮਤ ਨਾਲ। ਵੀ ਜਿਵੇਂ ਗੁਰੂ ਨਾਨਕ ਕਹਿੰਦਾ ਹੈ ਉਵੇਂ ਹੀ ਤੁਸੀਂ ਦੁਨੀਆ ਨੂੰ ਦੱਸਣਾ ਹੈ, ਉਹਦੇ ਅਨੁਸਾਰ ਹੀ ਤੁਸੀਂ ਦੁਨੀਆ ਨੂੰ ਦੱਸਣਾ, ਕੁਝ ਲੁਕਾਉਣਾ ਨਹੀਂ ਵਿੱਚੋਂ। ਸੋ ਵੈਸੇ ਹੀ ਦੱਸਣਾ ਜਿਵੇਂ ਗੁਰੂ ਨਾਨਕ ਨੇ ਦੱਸਿਆ ਹੈ। ਕਹਿੰਦੇ ਗੁਰੂ ਨਾਨਕ ਮਹਾਰਾਜ ਨੇ ਜੈਸੀ ਬੁੱਧ ਦਿੱਤੀ ਹੈ, ਜੈਸਾ ਗਿਆਨ ਦਿੱਤਾ ਹੈ, ਉਹੀ ਬੁੱਧ ਉਹੀ ਗਿਆਨ ਦੁਨੀਆ ਨੂੰ ਦੇਣਾ ਹੈ। ਉਹਦੇ ਵਿੱਚ ਕੋਈ ਫਿਲਟਰ ਨਹੀਂ ਕਰਨਾ ਵੀ ਕਿਤੇ ਬੰਦੇ ਜ਼ਿਆਦੇ ਨਾ ਸਿੱਖ ਲੈਣ, ਇਹਨਾਂ ਨੂੰ ਇਹ ਗੱਲ ਦਾ ਨਾ ਪਤਾ ਲੱਗ ਜਾਵੇ, ਇਹਨਾਂ ਨੂੰ ਇਹ ਗੱਲ ਦਾ ਨਾ ਪਤਾ ਲੱਗ ਜਾਵੇ ਮੈਂ ਹੀ ਹੀਰੋ ਰਵਾਂ, ਜਿਹਨੇ ਪਤਾ ਕਰਨਾ ਮੇਰੇ ਕੋਲ ਹੀ ਆਉਣ। ਸੋ ਕਹਿੰਦੇ ਐਸਾ ਨਹੀਂ ਹੋਣਾ ਚਾਹੀਦਾ। ਪਰ ਜੋ ਸਤ ਕਰਕੇ ਮੰਨੈ ਉਸ ਨੂੰ ਫੇਰ ਵੀ ਉਪਦੇਸ਼ ਦੇਵੈ। ਹਾਂ, ਇਉਂ ਕਰਕੇ ਜਿਹੜਾ ਹੈ ਕਹਿੰਦੇ ਉਸ ਦੇ ਅਨੁਸਾਰ ਉਪਦੇਸ਼ ਕਰੇ। ਤੇ ਫਿਰ ਦੂਜੀ ਗੱਲ ਕੀ ਹੈ? ਪਰ ਜੋ ਸਤ ਕਰ ਮੰਨੇ, ਜੋ ਇਹਨਾਂ ਨੇ ਸਤ ਕਰਕੇ ਮੰਨ ਲਿਆ, ਜਿਹੜੇ ਕਹਿੰਦੇ ਹਾਂਜੀ ਸਤ ਬਚਨ ਜੀ, ਜੇ ਗੁਰੂ ਨਾਨਕ ਦਾ ਬਚਨ ਆ ਮੈਂ ਮੰਨਦਾ, ਜੋ ਗੁਰੂ ਨਾਨਕ ਨੇ ਕਿਹਾ ਉਹ ਠੀਕ ਹੈ ਮੈਂ ਮੰਨਦਾ ਹਾਂ। ਜੇ ਬੰਦੇ ਐਸਾ ਕਹਿਣ ਵੀ ਸਤ ਬਣੇ, ਉਸ ਨੂੰ ਫੇਰ ਵੀ ਉਪਦੇਸ਼ ਦੇਵੇ, ਫਿਰ ਵੀ ਉਹਨੂੰ ਕਹੇ ਨਹੀਂ ਗੁਰੂ ਨਾਨਕ ਨੇ ਇਹ ਵੀ ਕਿਹਾ ਹੈ, ਇਹ ਵੀ ਕਿਹਾ ਹੈ। ਕਈ ਬੰਦੇ ਹੁੰਦੇ ਨਾ ਕਹਿੰਦੇ ਅਸੀਂ ਮੰਨਦੇ ਹਾਂ ਗੁਰੂ ਨਾਨਕ ਨੂੰ, ਜੋ ਗੁਰੂ ਨਾਨਕ ਨੇ ਕਿਹਾ ਸਤ ਹੈ, ਕਹਿੰਦੇ ਫਿਰ ਉਪਦੇਸ਼ ਕਰਨ ਤੋਂ ਹਟੇ ਨਾ, ਫਿਰ ਵੀ ਉਪਦੇਸ਼ ਕਰੀ ਜਾਵੇ, ਫਿਰ ਵੀ ਦੱਸੀ ਜਾਵੇ, ਉਹਨਾਂ ਨੂੰ ਹੋਰ ਉਪਦੇਸ਼ ਦੇਵੇ, ਉਹਨਾਂ ਨੂੰ ਹੋਰ ਜ਼ਿਆਦਾ ਨੌਲੇਜ ਦੇਵੇ। ਪਰ ਜੋ ਨਾ ਮੰਨੇ ਉਸ ਨਾਲ ਹੱਠ ਨਾ ਕਰੇ। ਦੇਖੋ, ਜਿਹੜੇ ਨਹੀਂ ਮੰਨਦੇ, ਜਿਹੜੇ ਲੋਕ ਨਹੀਂ ਮੰਨਦੇ, ਜਿਵੇਂ ਤੁਸੀਂ ਕਹਿ ਦਿਓ ਹੁਣ ਲੋਕੀ ਬਹੁਤ ਸਾਰੇ ਡਾਊਟ ਉਠਾ ਰਹੇ ਆ ਨਾ, ਬਾਣੀ ਤੇ ਉਠਾ ਦਿੰਦੇ ਨੇ, ਕਿਸੇ ਕਿਹੜੀ ਗੱਲ ਇਤਿਹਾਸ ਤੇ ਉਠਾ ਦਿੰਦੇ ਨੇ, ਬੜੇ ਡਾਊਟ ਉਠਾਉਂਦੇ ਨੇ। ਕਹਿੰਦੇ ਜਿਹੜੇ ਲੋਕ ਨਹੀਂ ਮੰਨਦੇ, ਜਿਹੜੇ ਇਨਕਾਰੀ ਨੇ ਵੀ ਗੁਰੂ ਨਾਨਕ ਨੇ ਪੱਥਰ ਨੇ ਕਿਵੇਂ ਰੋਕ ਦਿੱਤਾ ਜੀ, ਗੁਰੂ ਨਾਨਕ ਪਾਣੀ ਤੇ ਕਿਵੇਂ ਤੁਰ ਸਕਦੇ ਨੇ, ਹੋ ਹੀ ਨਹੀਂ ਸਕਦਾ, ਗੁਰੂ ਨਾਨਕ ਨੇ ਰਿੱਠਿਆਂ ਨੂੰ ਮਿੱਠੇ ਕਿਵੇਂ ਕਰ ਦਿੱਤਾ, ਗੁਰੂ ਨਾਨਕ ਨੇ ਕੋਡਾ ਰਾਕਸ਼ਨ ਨੂੰ ਕਿਵੇਂ ਠੀਕ ਕਰ ਦਿੱਤਾ, ਉਹਨਾਂ ਨੇ ਜਿਹੜਾ ਹੈ ਭਾਈ ਮਰਦਾਨੇ ਨੂੰ ਜਿਹੜਾ ਅਸਾਮ ਦੇ ਵਿੱਚ ਕਿਵੇਂ ਬੱਕਰਾ ਬਣਾ ਦਿੱਤਾ, ਹਾਂਜੀ, ਫਿਰ ਉਸ ਨੂੰ ਗੁਰੂ ਨਾਨਕ ਨੇ ਕਿਵੇਂ ਬੰਦਾ ਬਣਾ ਦਿੱਤਾ। ਲੋਕਾਂ ਦੇ ਬੜੇ ਡਾਊਟ ਨੇ, ਇੱਥੋਂ ਤੱਕ ਕਿ ਲੋਕਾਂ ਦੇ ਡਾਊਟ ਜਿਹੜੇ ਗੁਰਬਾਣੀ ਤੇ ਵੀ ਆਉਂਦੇ ਨੇ ਵੀ ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਜੀ, ਇਹ ਨਹੀਂ ਜੀ, ਉਹ ਨਹੀਂ ਜੀ, ਜਾਂ ਜਿਹੜਾ ਭਗਤਾਂ ਦੀ ਬਾਣੀ ਗੁਰੂ ਦੀ ਬਾਣੀ ਨਹੀਂ ਹੈ, ਭੱਟਾਂ ਦੀ ਬਾਣੀ ਗੁਰੂ ਦੀ ਬਾਣੀ ਨਹੀਂ ਹੈ, ਰਾਗਮਾਲਾ ਬਾਣੀ ਨਹੀਂ ਜੀ, ਕਿੰਨੇ ਲੋਕ ਉਠਾਉਂਦੇ ਨੇ, ਹਾਂਜੀ, ਕਿੰਨਾ ਕੁਝ ਕਹਿੰਦੇ ਨੇ। ਪਰ ਕਹਿੰਦੇ ਇਹ ਜਿਹੇ ਲੋਕ ਮਿਲ ਜਾਣ ਜਿਹੜੇ ਨਹੀਂ ਮੰਨਦੇ, ਉਹਨਾਂ ਨਾਲ ਹੱਠ ਨਾ ਕਰੇ, ਉਹਨਾਂ ਨਾਲ ਹੱਠ ਨਾ ਕਰੇ, ਉਹਨਾਂ ਨੂੰ ਫੋਰਸ ਨਾ ਕਰੇ। ਫਿਰ
ਕਹਿੰਦੇ ਉਹਨਾਂ ਨੂੰ ਫੋਰਸ ਕਰਨ ਦੀ ਕੋਈ ਲੋੜ ਨਹੀਂ, ਉਹਨਾਂ ਨੂੰ ਉਪਦੇਸ਼ ਦੇਣ ਦੀ ਫਿਰ ਕੋਈ ਲੋੜ ਨਹੀਂ ਹੈਗੀ। ਜਾਣੇ ਜੋ ਇਸ ਦੀ ਪ੍ਰਾਲਬੱਧ ਬਸ ਨਹੀਂ। ਇਹਨੂੰ ਇਹੀ ਜਾਣੇ ਕਿ ਇਹਨਾਂ ਦੇ ਕਰਮਾਂ ਵਿੱਚ ਹੀ ਨਹੀਂ ਉਹ ਸਮਝ ਹੈਗੀ, ਇਹ ਉਹ ਲੈਵਲ ਤੱਕ ਸਮਝ ਹੀ ਨਹੀਂ ਸਕਦੇ। ਇਹਨਾਂ ਦੀ ਸਮਝ ਜਿਹੜੀ ਹੈ ਥੱਲੇ ਵਾਲੀ ਹੈ, ਉਤਲੀ ਸਮਝ ਇਹਨਾਂ ਕੋਲ ਹੈ ਨਹੀਂ। ਇਹਨਾਂ ਦੀ ਪ੍ਰਾਲਬੱਧ ਹੀ ਮਾੜੀ ਹੈ, ਇਹਨਾਂ ਦੇ ਕਰਮ ਹੀ ਮਾੜੇ ਹਨ। ਚੁੱਪ ਕਰ ਰਹਿ। ਕਹਿੰਦੇ ਚੁੱਪ ਕਰ ਜਾਓ, ਬਸ ਉਹਨਾਂ ਨਾਲ ਫਿਰ ਬੋਲੋ ਨਾ, ਚੁੱਪੇ ਚੰਗੀ ਹੈ, ਜੋ ਮਰਜ਼ੀ ਬੋਲੀ ਜਾਣ, ਬੋਲਣਾ ਨਹੀਂ। ਪਰ ਇੱਥੇ ਜੇ ਆਪਾਂ ਅੱਜ ਦੇ ਸਮੇਂ 'ਚ ਕਹੋਗੇ WhatsApp ਤੇ ਵੀ ਤੁਸੀਂ ਨਾ ਕੁਝ ਪਾਓ, ਫਿਰ ਹਾਂਜੀ ਚੁੱਪੇ ਕਰ ਜਾਓ, ਬਸ ਗੱਲ ਖਤਮ ਹੀ ਕਰੋ। ਜਦ ਇਹੋ ਵਚਨ ਭਾਈ ਕਾਲੂ ਸੁਣੇ ਤਾਂ ਇਸੇ ਪ੍ਰਕਾਰ ਵਰਤਨ ਲੱਗਾ। ਭਾਈ ਕਾਲੂ ਜੀ ਨੇ ਇਹ ਗੱਲਾਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦੀਆਂ ਇਹਨਾਂ ਨੂੰ ਪ੍ਰੈਕਟਿਸ ਕੀਤਾ, ਇਹਨਾਂ ਨੂੰ ਜਿਹੜਾ ਹੈ ਪ੍ਰੈਕਟਿਸ ਕੀਤਾ, ਇਹਨਾਂ ਨੂੰ ਮੰਨਿਆ ਤੇ ਆਪਣੇ ਜੀਵਨ ਨੂੰ ਉਹ ਗੱਲਾਂ ਵਿੱਚ ਢਾਲਿਆ। ਤਾਂ ਉਸ ਦਾ ਵੀ ਉਧਾਰ ਉਹਦਾ ਵੀ ਉਦਾਰ ਹੋਇਆ, ਉਹ ਲਿਬਰੇਟ ਹੋ ਗਿਆ ਜੀ ਭਾਈ ਕਾਲੂ ਜੀ। ਹੋਰਨਾਂ ਸਿੱਖਾਂ ਦਾ ਉਸ ਦੇ ਮਿਲਨ ਕਰ ਆਧਾਰ ਹੋਇਆ। ਹਾਂ, ਹੋਰ ਵੀ ਸਿੱਖ ਜਿਹੜੇ ਭਾਈ ਕਾਲੂ ਨਾਲ ਮਿਲੇ, ਉਹ ਉਪਦੇਸ਼ ਗੁਰੂ ਨਾਨਕ ਦਾ ਉਹਨਾਂ ਨੇ ਹੋਰ ਸਿੱਖਾਂ ਨੂੰ ਵੀ ਦੱਸਿਆ, ਉਹਨਾਂ ਦਾ ਵੀ ਉਦਾਰ ਹੋਇਆ। ਸੋ ਇਸ ਤਰ੍ਹਾਂ ਕਰਕੇ ਇੱਥੇ ਇੱਕ ਸਾਖੀ ਸਮਾਪਤ ਹੈ ਤੇ ਜਿਹੜੀ ਹੈ ਐਸਾ ਜਿਹੜਾ ਹੈ ਜੀਵਨ ਹੈ ਗੁਰਸਿੱਖਾਂ ਦਾ, ਕਿਉਂਕਿ ਗੁਰਸਿੱਖਾਂ ਨੇ ਹਮੇਸ਼ਾ ਜਿਹੜਾ ਹੈ ਦੂਜਿਆਂ ਦਾ ਭਲਾ ਕਰਨਾ ਹੈ। ਸੋ ਇੱਥੇ ਜਿਵੇਂ ਆਪਾਂ ਪਹਿਲਾਂ ਪੜਿਆ, ਸਨਮੁਖ ਕਾਲੂ ਆਸ ਧਰ। ਸਨਮੁਖ ਦਾ ਉਪਦੇਸ਼ ਭਾਈ ਕਾਲੂ ਜੀ ਨੇ ਆ ਕੇ ਗੁਰੂ ਨਾਨਕ ਨੂੰ ਪੁੱਛਿਆ, ਗੁਰੂ ਨਾਨਕ ਸਾਹਿਬ ਨੇ ਉਹਦੀ ਆਸਾ ਪੂਰੀ ਕੀਤੀ, ਉਹਨੂੰ ਉਪਦੇਸ਼ ਦੇ ਕੇ ਗੁਰਬਾਣੀ ਦਰਗਾਹ ਸਾਬਾਸੀ, ਗੁਰਬਾਣੀ ਦੇ ਸਦਕੇ ਦਰਗਾਹ ਦੇ ਵਿੱਚ ਉਹਨੂੰ ਮਾਣ ਪ੍ਰਾਪਤ ਹੋਇਆ, ਉਹਨੂੰ ਜਿਹੜਾ ਹੈ ਚੰਗਾ ਅਹੁਦਾ ਪ੍ਰਾਪਤ ਹੋਇਆ, ਇੱਜ਼ਤ ਮਿਲੀ ਉਸਨੂੰ, ਕਿਉਂਕਿ ਗੁਰੂ ਨਾਨਕ ਦਾ ਉਪਦੇਸ਼ ਉਹਨੇ ਕਮਾਇਆ। ਤੇ ਅਖੀਰਲੀ ਪੌੜੀ 13ਵੀਂ ਜਿਹੜੀ ਇਹ ਪੌੜੀ ਜਿਹੜਾ ਹੈ ਆਪਣੀ 13ਵੀਂ ਜਿਹੜਾ ਹੈ ਪੌੜੀ ਦੀ ਜਿਹੜੀ ਅਖੀਰਲੀ ਲਾਈਨ ਹੈ ਉਹ ਆਪਾਂ ਜਿਹੜੀ ਹੈ ਵਿਚਾਰ ਕਰ ਲਈਏ। ਗੁਰਮਤ ਭਾਉ ਭਗਤ ਪ੍ਰਗਾਸੀ। ਕਹਿੰਦੀ ਦੇਖੋ ਇਹ ਸਾਰੀਆਂ ਸਾਖੀਆਂ ਜਿੰਨੀਆਂ ਤੁਸੀਂ ਹੁਣ ਤੱਕ ਸੁਣੀਆਂ ਹਨ, ਇਹ ਪੌੜੀ 13ਵੀਂ ਦੀਆਂ, ਕਹਿੰਦੇ ਗੁਰਮਤ, ਗੁਰੂ ਦੀ ਮੱਤ, ਗੁਰੂ ਦੀ ਇੰਟੈਲੈਕਟ, ਗੁਰੂ ਦੀ ਸਿੱਖਿਆ, ਗੁਰੂ ਦਾ ਵੇ, ਗੁਰੂ ਦਾ ਮੈਥਡ ਜਿਹੜਾ ਹੈ, ਗੁਰਮਤ ਭਾਓ, ਜਿਨ੍ਹਾਂ ਨੇ ਇਹ ਗੁਰੂ ਦੀ ਮੱਤ ਦਾ ਪਿਆਰ ਕੀਤਾ, ਜਿਨ੍ਹਾਂ ਨੇ ਗੁਰੂ ਦੀ ਮੱਤ ਨਾਲ ਪਿਆਰ ਕੀਤਾ ਹੈ, ਕਹਿੰਦੇ ਭਗਤ, ਉਹਨਾਂ ਦੇ ਅੰਦਰ ਭਗਤੀ ਪ੍ਰਗਾਸ, ਉਹਨਾਂ ਦੇ ਅੰਦਰ ਭਗਤੀ ਨੇ ਪ੍ਰਗਾਸ ਕੀਤਾ, ਉਹ ਭਗਤ ਬਣੇ, ਉਹ ਡਿਵੋਸ਼ਨਲੀ ਜਿਹੜੇ ਹਨ, ਉਹ ਜਿਹੜੇ ਸਮਰਪਿਤ ਹੋਏ ਗੁਰੂ ਨੂੰ, ਉਹਨੂੰ ਕਹਿੰਦੇ ਆ ਭਗਤੀ। ਦੈਟ ਮੀਨਸ ਯੂ ਕਮਿਟ ਯੋਰਸੈਲਫ, ਯੂ ਸਰੈਂਡਰ ਯੋਰਸੈਲਫ ਟੂ ਦ ਗੁਰੂ, ਇਹਨੂੰ ਭਗਤੀ ਕਹਿੰਦੇ ਹਾਂ। ਉਹਨਾਂ ਵਿੱਚ ਅੰਦਰ ਭਗਤੀ ਪ੍ਰਗਾਸ ਹੋਈ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣਿਆ ਤੇ ਕਮਾਇਆ ਹੈ। ਸੋ ਦੇਖੋ ਹੁਣ ਇੱਥੇ ਸਾਰੀਆਂ ਸਾਖੀਆਂ ਦੇ ਵਿੱਚੋਂ ਆਪਾਂ ਨੂੰ ਇੱਕੋ ਗੱਲ ਸਮਝ ਆਉਂਦੀ ਹੈ, ਤੇ ਗੁਰੂ ਜਦੋਂ ਉਪਦੇਸ਼ ਕਰਦਾ ਹੈ, ਜੇ ਸਿੱਖ ਉਹਨੂੰ ਕਮਾ ਲਵੇ ਨਾ, ਤੇ ਇਹ ਨਹੀਂ ਮਤਲਬ, ਦੇਖੋ ਕਿੰਨਾ ਉਪਦੇਸ਼ ਮਹਾਰਾਜ ਨੇ ਹਰ ਇੱਕ ਸਿੱਖ ਨੂੰ ਵੱਖਰਾ ਵੱਖਰਾ ਦਿੱਤਾ, ਤੇ ਵੱਖਰਾ ਵੱਖਰਾ ਵੀ ਇੱਕ ਹਿੱਸਾ ਵੀ ਜੇ ਸਿੱਖ ਕਮਾ ਲੈਂਦਾ ਹੈ ਨਾ, ਉਹਦਾ ਉਦਾਰ ਹੋ ਜਾਂਦਾ ਹੈ। ਸੋ ਐਸਾ ਹੀ ਗੁਰੂ ਦੀ ਕਿਰਪਾ ਹੈ। ਗੁਰੂ ਮਹਾਰਾਜ ਇਹ ਨਹੀਂ ਕਹਿੰਦੇ ਯੂ ਹੈਵ ਟੂ ਡੂ A to Z, ਨੋ। ਭਾਵੇਂ ਤੁਸੀਂ ਕਿਤੋਂ ਵੀ ਕਰ ਲਓ, ਕੋਈ ਵੀ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਗੁਰੂ ਦਾ ਉਪਦੇਸ਼ ਜਾਣ ਕੇ ਉਹਨੂੰ ਕਮਾਓ, ਤੁਹਾਡਾ ਉਦਾਰ ਹੋਵੇਗਾ। ਸੋ ਮਹਾਰਾਜ ਦੇਖੋ ਕਿਵੇਂ ਸੌਖੀ ਤਰ੍ਹਾਂ ਆਪਾਂ ਨੂੰ ਲਿਬਰੇਟ ਕਰਦੇ ਨੇ, ਬਹੁਤ ਸੌਖੀ ਤਰ੍ਹਾਂ ਇੱਕ ਪ੍ਰੈਕਟੀਕਲ ਉਪਦੇਸ਼ ਦੇ ਕੇ ਆਪਾਂ ਨੂੰ ਆਪਣਾ ਜੀਵਨ ਸੁਧਾਰਦੇ ਨੇ। ਹਾਂਜੀ, ਸਨਮੁਖ ਕਾਲੂ ਆਸ ਧਾਰ, ਗੁਰਬਾਣੀ ਦਰਗਹਿ ਸਾਬਾਸੀ, ਗੁਰਮਤ ਭਾਉ ਭਗਤ ਪ੍ਰਗਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।